Okay, ji. Good morning, students, once again. Today we are going to discuss another microwave device, that is magnetron, which is termed as high power microwave oscillator, right? And this device was invented by Albert W. Hull in 1921 for laboratory purpose. And then improved high power magnetron was also developed by Roundel, Roundel in fact, and Booth around 1939 during World War II. ठीक है, ਇਹ ਹੈ ਕੀ ਆ, it is a diode which uses the interaction of, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਰੀਆਂ ਜਿਹੜੀਆਂ ਮਾਈਕ੍ਰੋਵੇਵ ਡਿਵਾਈਸਿਸ ਆ, ਖਾਸ ਕਰਕੇ ਟਿਊਬ ਬੇਸਡ, ਇਹਨਾਂ ਸਾਰਿਆਂ ਵਿੱਚ ਇੰਟਰੈਕਸ਼ਨ ਹੁੰਦੀ ਆ। ਕਈਆਂ 'ਚ ਇੰਟਰੈਕਸ਼ਨ ਇੰਟਰਮੀਡੀਏਟ ਹੈ, ਕਈਆਂ 'ਚ ਇੰਟਰੈਕਸ਼ਨ ਕੰਟੀਨਿਊਸ ਹੈ। ਉਹ ਕੰਟੀਨਿਊਟੀ ਨੂੰ ਇਨਸ਼ੋਰ ਕਰਨ ਵਾਸਤੇ ਕਈਆਂ ਟਿਊਬਾਂ ਦੇ ਵਿੱਚ, ਜਿੱਦਾਂ ਹੁਣ ਮੈਗਨੀਟ੍ਰੋਨ ਆ, ਇਸ ਤੋਂ ਬਾਅਦ ਅੱਗੇ ਟਰੈਵਲਿੰਗ ਵੇਵ ਟਿਊਬ ਆਏਗੀ, ਤੇ ਮੈਗਨੀਟ੍ਰੋਨ ਜਿਹੜਾ ਐਜ਼ ਆਸੀਲੇਟਰ, ਇਹਦੇ ਵਿੱਚ ਜਿਹੜੀ ਇੰਟਰੈਕਸ਼ਨ ਆ, ਇਹ ਵੀ ਇਨਸ਼ੋਰ ਕਰਦੇ ਆ, ਉਹਦੀ ਕੰਟੀਨਿਊਟੀ ਨੂੰ ਇਨਸ਼ੋਰ ਕਰਦਾ ਮੈਗਨੈਟਿਕ ਫੀਲਡ। ਤੇ ਜਿਹੜਾ ਟਰੈਵਲਿੰਗ ਵੇਵ ਆ, ਉਹਦੇ ਵਿੱਚ ਜਿਹੜੀ ਇੰਟਰੈਕਸ਼ਨ ਹੋਏਗੀ ਆਰਐਫ ਫੀਲਡ ਤੇ ਇਲੈਕਟ੍ਰੋਨ ਬੀਮ ਦੇ ਵਿੱਚ, ਉਹਦੀ ਕੰਟੀਨਿਊਟੀ ਨੂੰ ਇਨਸ਼ੋਰ ਕਰਦਾ ਇਲੈਕਟ੍ਰਿਕ ਫੀਲਡ। ਸੋ ਆਪਾਂ ਇਹਦੀ ਗੱਲ ਕਰਦੇ ਹਾਂ ਪਹਿਲਾਂ। So it is a diode which uses interaction of magnetic and electric fields in a complex cavity। ਹੁਣ ਇੱਥੇ cavity ਜਿਹੜੀ complex ਹੈ, ਪਹਿਲਾਂ ਆਪਾਂ ਟੂ ਕੈਵਿਟੀ ਕਲਿਸਟਰੋਨ ਦੀ ਗੱਲ ਕੀਤੀ, ਫਿਰ ਮਲਟੀ ਕੈਵਿਟੀ ਕਲਿਸਟਰੋਨ ਐਜ਼ ਐਂਪਲੀਫਾਇਰ ਦੀ ਗੱਲ ਕੀਤੀ, ਕੱਲ ਆਪਾਂ ਰਿਫਲੈਕਸ ਕਲਿਸਟਰੋਨ ਦੀ ਗੱਲ ਕੀਤੀ, ਉਹ ਸਿੰਗਲ ਕੈਵਿਟੀ ਸੀ। ਹੁਣ ਜਿਹੜਾ ਇਹ ਮੈਗਨੀਟ੍ਰੋਨ ਆ, ਇਹਦੇ ਵਿੱਚ ਕੰਪਲੈਕਸ ਕੈਵਿਟੀਜ਼ ਨੇ, ਜਿਹਦੇ ਵਿੱਚ ਮੈਗਨੈਟਿਕ ਤੇ ਇਲੈਕਟ੍ਰਿਕ ਫੀਲਡ ਦੀ ਇੰਟਰੈਕਸ਼ਨ ਹੁੰਦੀ ਆ ਟੂ ਪ੍ਰੋਵਾਈਡ ਆਸੀਲੇਸ਼ਨਸ ਆਫ ਵੈਰੀ ਹਾਈ ਪੀਕ ਪਾਵਰ। ਠੀਕ, ਐਂਡ ਇਟ ਇਜ਼ ਅ ਕ੍ਰਾਸ ਫੀਲਡ ਡਿਵਾਈਸ, ਇਹਨੂੰ ਕ੍ਰਾਸ ਫੀਲਡ ਡਿਵਾਈਸ ਕਹਿੰਦੇ ਆ। ਠੀਕ ਹੈ, ਕਿਉਂਕਿ ਇਹਦੇ ਵਿੱਚ ਇਨ ਵਿਚ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡਸ ਆਰ ਪਰਪੈਂਡੀਕੂਲਰ ਟੂ ਈਚ ਅਦਰ, ਰਾਈਟ? So they are also called cross field microwave tubes or M type tubes। clear? अच्छा, हाँ जी ਅੱਗੇ सर। ਆ ਜਾਂਦੇ ਆਪਾਂ। हाँ जी सर। ਹਾਂ, during World War II urgent need of high power microwave generators for radars। ਵਰਲਡ ਵਾਰ ਸੈਕੰਡ ਦੇ ਦੌਰਾਨ ਕੀ ਸੀ, ਬਹੁਤ ਐਕਚੁਅਲੀ ਸਾਰੀ ਕੰਟਰੀਆਂ ਆਪਸ ਵਿੱਚ ਲੜ ਪਈਆਂ ਸੀ। ਯੂਰਪ ਜਿੰਨੀਆਂ ਵੀ ਐਡਵਾਂਸ ਕੰਟਰੀਜ਼, ਜਿਹੜੀਆਂ ਅੱਜ ਵੀ ਐਡਵਾਂਸ, ਉਦੋਂ ਵੀ ਐਡਵਾਂਸ ਸੀ, ਉਹ ਲੜ ਰਹੀਆਂ ਸੀ। ਉਹ ਮੈਨ ਟੂ ਮੈਨ ਡਾਇਰੈਕਟ ਫਾਈਟ ਕਰਨ ਦੀ ਬਜਾਏ ਉਹ ਫਿਰ ਇਲੈਕਟ੍ਰੋਨਿਕ ਵਾਰ ਵਿੱਚ ਚਲੇ ਗਏ। ਫਿਰ ਰਡਾਰ ਦੀ ਇਨਵੈਂਸ਼ਨ ਹੋਈ। ਠੀਕ ਹੈ, ਔਰ ਰਡਾਰ ਨੂੰ ਇਨਵੈਂਟ ਕਰਨ ਵਾਸਤੇ ਹਾਈ ਪਾਵਰ ਮਾਈਕ੍ਰੋਵੇਵ ਜਨਰੇਟਰ ਚਾਹੀਦੇ ਸੀ। ਸੋ ਇਹ ਮੈਗਨੀਟ੍ਰੋਨ ਉਹ ਉਹਦੇ ਵਿੱਚ ਲੱਗਦਾ ਹੈ। ਸੋ ਦੀ ਅਰਜੈਂਟ ਨੀਡ ਆਫ ਹਾਈ ਪਾਵਰ magnetron microwave generator for radars lead to the development of state of the art magnetrons, right? So ਕੀ ਕਹਿੰਦਾ, it is a device in which interaction between electron beam and RF field is continuous। ਪਤਾ ਲੱਗ ਗਿਆ, ਇੱਥੇ intermittent ਨਹੀਂ ਹੈ, ਇਹ continuous ਹੈ। हाँ And जी this continuity is ensured by magnetic field। clear? ਮੰਨ ਲਓ ਇਹਨੂੰ ਪੱਕਾ जी ਕੌਣ सर। ਕਰਦਾ, ਇਸ ਕੰਟੀਨਿਊਟੀ ਨੂੰ हाँ जी सर। ਇੰਸ਼ੋਰ ਕੌਣ हाँ जी ਕਰਦਾ, सर। ਮੈਗਨੈਟਿਕ ਫੀਲਡ ਇੰਸ਼ੋਰ ਕਰਦਾ। ਕਲੀਅਰ? and thus higher efficiency can be obtained as compared to klystron। ਕਿਉਂਕਿ ਉੱਥੇ ਟੁੱਟ ਕੇ ਹੁੰਦੀ ਸੀ ਇੰਟਰੈਕਸ਼ਨ, ਇੱਥੇ ਕੰਟੀਨਿਊਸ ਹੁੰਦੀ ਆ, ਔਰ ਉਹਦੀ ਇੰਸ਼ੋਰ ਜਿਹੜਾ ਉਹਨੂੰ ਕਰਦਾ ਮੈਗਨੈਟਿਕ ਫੀਲਡ। ਇਸ ਕਰਕੇ ਇਹਦੀ ਐਫੀਸ਼ੀਐਂਸੀ ਕਲਿਸਟਰੋਨ ਜਿਹੜਾ ਐਜ਼ ਕਲਿਸਟਰੋਨ ਐਜ਼ ਆਸੀਲੇਟਰ ਸੀ, ਉਹਦੇ ਨਾਲੋਂ ਇਹਦੀ ਐਫੀਸ਼ੀਐਂਸੀ ਜ਼ਿਆਦਾ। ਠੀਕ, ਆਪਾਂ ਕੁਇਕਲੀ ਗੋ ਥਰੂ ਹੋ ਜਾਈਏ। ਕਲਾਸੀਫਿਕੇਸ਼ਨ ਆਫ ਮੈਗਨੀਟ੍ਰੋਨ, ਨੈਗੇਟਿਵ ਰੈਜ਼ਿਸਟੈਂਸ ਟਾਈਪ, ਸਾਈਕਲੋਟ੍ਰੋਨ ਫ੍ਰੀਕੁਐਂਸੀ ਟਾਈਪ, ਟਰੈਵਲਿੰਗ ਵੇਵ ਔਰ ਕੈਵਿਟੀ ਟਾਈਪ। ਤੁਹਾਡੇ ਸਿਲੇਬਸ ਵਿੱਚ ਥਰਡ ਹੈ ਟਰੈਵਲਿੰਗ ਵੇਵ, ਜਾਂ ਇਹਨੂੰ ਕੈਵਿਟੀ ਟਾਈਪ ਬੋਲਦੇ ਆ। ਆਪਾਂ ਫਿਰ ਵੀ ਮਾੜਾ ਜਿਹਾ ਉਹਨਾਂ ਨੂੰ ਗੋ ਥਰੂ ਹੋ ਲੈਂਦੇ ਆ। ਜਿਹੜਾ ਨੈਗੇਟਿਵ ਰੈਜ਼ਿਸਟੈਂਸ ਟਾਈਪ ਕੀ ਆ, ਦਿਸ ਮੈਗਨੀਟ੍ਰੋਨ ਮੇਕ ਯੂਜ਼ ਆਫ ਨੈਗੇਟਿਵ ਰੈਜ਼ਿਸਟੈਂਸ ਬਿਟਵੀਨ ਦੀ ਟੂ ਅਨੋਡ segments but have low efficiency and all are useful at low frequencies less than 500 MHz। ਜਿਹੜਾ ਸਾਈਕਲੋਟ੍ਰੋਨ ਫ੍ਰੀਕੁਐਂਸੀ ਹੈ ਮੈਗਨੀਟ੍ਰੋਨਸ depends upon the synchronism between an alternating component of electric and periodic oscillation of electrons in a direct parallel to this field। so these are useful only for frequency more than 100 MHz। तो ਇਹਨੂੰ ਇਹ ਜ਼ਿਆਦਾ ਅਸੀਂ ਇੰਪੋਰਟੈਂਸ ਨਹੀਂ ਦਿੰਦੇ। ਜਿਹੜਾ ਥਰਡ ਵਨ ਹੈ ਕੈਵਿਟੀ ਮੈਗਨੀਟ੍ਰੋਨ, ਦਿਸ ਇਜ਼ ਕੁਆਇਟ ਇੰਪੋਰਟੈਂਟ, ਔਰ ਇਹੀ ਇਹਦੀ 90% ਤੋਂ ਵੱਧ ਐਪਲੀਕੇਸ਼ਨ ਇਹਦੀ ਆ। ਸੋ ਕੈਵਿਟੀ ਮੈਗਨੀਟ੍ਰੋਨ ਡਿਪੈਂਡ ਔਨ ਦੀ ਇੰਟਰੈਕਸ਼ਨ ਆਫ ਇਲੈਕਟ੍ਰੋਨਸ with a strong electromagnetic field of constant angular velocity। clear? ਠੀਕ ਹੈ, ਇੰਟਰੈਕਸ਼ਨ ਆਫ ਇਲੈਕਟ੍ਰੋਨਸ ਕਿਹਦੇ ਨਾਲ, with a strong ਕੌਣ, electromagnetic field ਜਿਹੜੀ angular velocity ਜਿਹਦੀ constant ਆ। so it uses traveling wave principle on which modern magnetron is based। clear?
ਇਹ हाँ ਟਰੈਵਲਿੰਗ जी ਵੇਵ सर। ਪ੍ਰਿੰਸੀਪਲ ਦਾ ਫੋਲੋ ਕਰਦਾ, ਹਾਂਜੀ ਜਿਹਦੇ ਹਾਂਜੀ ਵਿੱਚ ਸਰ। ਮਾਡਰਨ ਜਿਹੜੇ ਮੈਗਨੇਟ੍ਰੋਨ ਆ ਉਹ ਬੇਸਡ ਹੈ। These oscillators can provide oscillations of very high peak power and hence are useful in radar applications। तो मैं जिथे जिथे ਜਿਹੜੀ ਜਿਹੜੀ ਚੀਜ਼ ਨੂੰ ਮੈਂ ਕੀ ਬੋਲਦੇ ਆ ਇੰਪੋਰਟੈਂਟ ਆ ਉਹਨੂੰ ਮੈਂ ਬੋਲਡ ਕੀਤਾ ਹੋਇਆ, ਠੀਕ ਹੈ, ਜਿਹਦਾ ਅੰਡਰਲਾਈਨ ਕੀਤੀ ਹੈ। ਕਲੀਅਰ? ਹਾਂਜੀ जी ਸਰ। सर। ਓਕੇ ਓਕੇ। ਹਾਂ, ਸੋ ਬੇਸਿਕ ਸਟਰਕਚਰ ਜਿਹੜਾ ਮੈਗਨੀਟ੍ਰੋਨ ਦਾ ਇਜ਼ ਅ ਨੰਬਰ ਆਫ ਆਇਡੈਂਟੀਕਲ ਰੈਜ਼ੋਨੇਟਰਸ। ਕੈਵਿਟੀਜ਼ ਨੇ ਸਾਰੀਆਂ ਇੱਕੋ ਜਿਹੀਆਂ ਕੈਵਿਟੀਜ਼ ਨੇ, ਸੇਮ, arranged in a cylindrical pattern around a cylindrical cathode as shown in a cut view of magnetron। मैं तुहानू दूजे पेज ते दिखाना, जिवें इत्थे मुड़ के फिर आ जाने आ, ये ओ पिछे चले गए यार, एक सेकंड, एक ठहरो, नेक्स्ट पेज ते चले जाने आ देखो, showing magnetron cut away view। आ जिहड़ा विच आ ये भी सिलेंडरिकल आ, बट ये कैथोड आ। ਜਿਹੜੀਆਂ ਆਲੇ ਦੁਆਲੇ ਨੇ ਇਹ ਸਾਰੀਆਂ ਐਨੋਡ ਕੈਵਿਟੀਜ਼ ਨੇ, ਇਹ ਵੀ ਸਿਲੰਡਰੀਕਲ ਇਨ ਨੇਚਰ ਨੇ। ਪਤਾ ਲੱਗ ਗਿਆ? ਇਹ ਸਾਰਾ जी सर। ਐਨੋਡ ਹਾਂਜੀ ਹਾਂਜੀ ਬਲੌਕ ਸਰ। ਹੈ, ਇਹ ਸਾਰਾ ਐਨੋਡ ਬਲੌਕ ਹੈ। तो फिर किसे किसे अच्छा एक जी। कैविटी तो ਅਸੀਂ ਕਪਲਿੰਗ ਕਰ ਲਈ ਜਿੱਥੋਂ ਅਸੀਂ ਆਊਟਪੁੱਟ ਲੈਣੀ ਆ ਬਾਹਰ, ਠੀਕ ਹੈ, तो ਉਹਨੂੰ ਅਸੀਂ ਆਊਟਪੁੱਟ ਕਪਲਿੰਗ ਕਹਿੰਦੇ ਆ। ਔਰ ਇਹਦਾ ਜਿਹੜਾ ਇਹ ਸਾਰਾ ਰੈਜ਼ੋਨੈਂਟ ਸਟਰਕਚਰ ਹੈ, ਇਹਨੂੰ ਰੈਜ਼ੋਨੈਂਟ ਕੈਵਿਟੀਜ਼ ਵੀ ਕਹਿੰਦੇ ਨੇ। ਤੇ ਆਪਾਂ ਫਿਰ ਪਿਛਲੇ ਪੇਜ ਤੇ ਚੱਲਦੇ ਆ, ਇਹ ਕੱਟ ਵੇ ਵਿਊ ਆ। ਓਕੇ ਜੀ, ਹੁਣ ਕਹਿੰਦਾ ਕੀ ਆ ਅੱਗੇ। सो इन अदर वर्ड्स इट कंसिस्ट ऑफ बेसिकली ए सिलेंड्रिकल कैथोड, मैं दिखाता ना। और वो कैथोड की आ, इट इज सराउंडेड बाय ए सिलेंड्रिकल एनोड स्ट्रक्चर। ਜਿਹੜਾ ਨੋਡ ਸਟਰਕਚਰ ਆ ਉਹਦੇ ਕੋਲ ਕੌਣ ਆ? ਉਹਦੇ ਕੋਲ ਕੀ ਆ? ਕੰਟੇਨਿੰਗ ਅ ਨੰਬਰ ਆਫ ਇਕੁਅਲੀ ਸਪੇਸਡ ਕੈਵਿਟੀ ਰੈਜ਼ੋਨੇਟਰਸ। ਪਤਾ ਲੱਗ ਗਿਆ? ਜਾਨੀ ਨੋਡ ਸਟਰਕਚਰ ਦੇ ਕੋਲ ਇਕੁਅਲੀ ਸਪੇਸਡ ਕੈਵਿਟੀ ਰੈਜ਼ੋਨੇਟਰਸ ਨੇ, ਉਹਨਾਂ ਦੇ ਵਿਚਕਾਰ ਸੈਂਟਰ 'ਚ ਕੌਣ ਹੈ? ਕੈਥੋਡ, ਵਿਚ ਇਜ਼ ਸਰਾਊਂਡਡ ਬਾਈ cylindrical anode structure, and cylindrical anode structure is containing a number of equally spaced cavity resonators with slots adjacent to cathode, and thus a radial DC electric field will exist। ठीक है? So anode is normally made of copper regardless of its actual shape। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ। ਹਾਂ, ਕਹਿੰਦਾ ਫਿਰ ਸਪੇਸ ਬਿਟਵੀਨ ਅਨੋਡ ਐਂਡ ਕੈਥੋਡ। ਆ ਦੇਖ, ਐਨੋਡ ਤੇ ਕੈਥੋਡ ਦੇ ਵਿਚਕਾਰ ਜਿਹੜੀ ਸਪੇਸ ਆ, ਥੱਲੇ ਦਿਖਾ ਦਿੰਦਾ, ਆ ਦੇਖੋ, ਆ ਜਿਹੜਾ ਵਾਈਟ ਜਿਹਾ ਪਾਰਟ ਹੈ ਵਿਚਕਾਰ ਵਾਲਾ, ਠੀਕ ਹੈ? ਹੈਲੋ, ਦੇਖ ਰਹੇ ਬੱਚਿਓ? ਹਾਂਜੀ जी सर। ਹਾਂ हाँ जी सर, देख रहे हैं। ਇਹਦੇ ਵਿੱਚ ਆ ਸਿਲੰਡਰੀਕਲ ਕੈਵਿਟੀਜ਼ ਨੇ, ਆਇਡੈਂਟੀਕਲ ਕੈਵਿਟੀਜ਼ ਨੇ, ਸਾਰਾ ਐਨੋਡ ਸਟਰਕਚਰ ਹੈ, ਇਹਨੂੰ ਐਨੋਡ ਕੈਵਿਟੀਜ਼ ਕਹਿੰਦੇ ਨੇ ਆ। ਔਰ ਇਹਦੇ ਵਿੱਚ ਜਿਹੜੀ ਆ ਵਿੱਚ ਵਾਲਾ ਚਿੱਟਾ ਜਿਹਾ ਸਪੇਸ ਹੈ, ਇਹਨੂੰ ਬੋਲਦੇ ਇੰਟਰਐਕਸ਼ਨ ਸਪੇਸ। ठीक है, थले देखो लिखा होना, आ देखो इंटरैक्शन स्पेस। क्लीयर? और जो सेंट्रल पार्ट है शेडेड वो कैथोड है। फिर किसी एक कैविटी तो असी आरएफ जी आउटपुट ये प्रोड्यूस होने, यानी माइक्रोवेव रेंज दियाँ ऑसिलेशन जिहड़ियां डिवेलप होनियां वो फिर किसी एक कैविटी तो असी आउटपुट ले लैंदे हैं। ठीक है ना? समझ आई? और आ जिहड़ियां जी सर। नोड ਤੇ ਫਿਰ ਤੁਸੀਂ हाँ ਨੋਟ जी ਕਰੋ, सर। ਐਨੋਡ ਪੋਲਸ ਨੇ, ਆ ਦੇਖੋ ਐਨੋਡ ਪੋਲਸ ਨੇ, ਆ ਸਾਰੇ ਐਨੋਡ ਪੋਲਸ ਨੇ। ਠੀਕ ਹੈ, ਪਤਾ ਲੱਗ ਗਿਆ? ਹਾਂਜੀ हाँ ਸਰ। जी सर। ਹਾਂਜੀ ਹਾਂਜੀ ਉਹ ਸਰ। ਸਾਰੇ ਦਾ ਸਾਰਾ ਜਿਹੜਾ ਸਟਰਕਚਰ ਆ ਨਾ, ਕਿਸੇ ਅਸੀਂ ਮੈਗਨੀਟ੍ਰੋਨ ਹੈ, ਕਹਿੰਦਾ ਸ਼ੋਇੰਗ ਮੈਗਨੈਟਿਕ ਫਲਕਸ ਲਾਈਨਸ ਇਨ ਮੈਗਨੀਟ੍ਰੋਨ। ਤੋਂ ਮੈਗਨੈਟਿਕ ਪਰਮਾਨੈਂਟ ਮੈਗਨੇਟ ਰੱਖਣ ਦੇ ਨਾਲ ਵੀ ਸਾਡਾ ਜਿਹੜਾ ਆ ਉਹਦੇ ਵਿੱਚ ਮੈਗਨੈਟਿਕ ਫਲਕਸ ਵੀ ਪ੍ਰੋਡਿਊਸ ਹੋ ਜਾਂਦਾ। ਸੋ ਮੈਗਨੈਟਿਕ ਫੀਲਡ ਉਹ ਤੋਂ ਪ੍ਰੋਡਿਊਸ ਹੋ ਜਾਂਦਾ। ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਜਿਹੜੀ ਐਨੋਡ ਨੂੰ ਪੋਜ਼ਿਟਿਵ ਵਿਦ ਰਿਸਪੈਕਟ ਟੂ ਕੈਥੋਡ ਨੈਗੇਟਿਵ, ਉਹ ਡੀਸੀ ਇਲੈਕਟ੍ਰਿਕ ਫੀਲਡ ਹੈ। तो इस तरीके ਨਾਲ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੋਨਾਂ ਦਾ ਇਨਫਲੂਐਂਸ ਹੁੰਦਾ ਇਲੈਕਟ੍ਰੋਨਸ ਦੀ ਮੂਵਮੈਂਟ ਤੇ। ਕਲੀਅਰ? ਹਾਂਜੀ ਸਰ। ਯੈਸ ਸਰ। हाँ जी सर। So space between a node and cathode is interaction space, and one of the cavities is connected to the coaxial line or waveguide coupling for extracting the RF power output। किसी एक कैविटी तो ਅਸੀਂ आउटपुट ले ਲੈਣੀ, ठीक है, RF power output, मतलब ਜਿਹੜੀਆਂ oscillation develop ਹੋਣੀਆਂ ਹਾਈ ਪਾਵਰ ਵਾਲੀਆਂ, ਉਹ ਤੋਂ ਅਸੀਂ ਆउटपुट ਲੈ ਲੈਣੀ। ਉਹ ਕਹਿੰਦਾ ਕੀ ਆ? ਕਹਿੰਦਾ ਮੈਗਨੇਟ੍ਰੋਨ ਇਜ਼ ਅ ਕ੍ਰਾਸ ਫੀਲਡ ਡਿਵਾਈਸ ਐਜ਼ ਦੀ ਇਲੈਕਟ੍ਰਿਕ ਫੀਲਡ ਬਿਟਵੀਨ ਐਨੋਡ ਐਂਡ ਕੈਥੋਡ ਇਜ਼ ਰੇਡੀਅਲ। ਯੈਸ। ਦੇਖੋ ਬੇਟੇ, ਮੈਂ ਤੁਹਾਨੂੰ ਕਈ ਵਾਰੀ ਦੱਸਦਾ, ਜਿਹੜੀ ਪੀਸੀਬੀ ਆ ਉਹਦੇ ਉੱਪਰ ਜੇ ਤੁਸੀਂ ਕੰਪਿਊਟਰ ਦਾ ਮਦਰਬੋਰਡ ਦੇਖੋਗੇ, ਜਾਂ ਤੁਸੀਂ ਕਿਸੇ ਐਸਐਮਪੀਐਸ ਦੀ ਮਦਰਬੋਰਡ ਦੇਖ ਲਓ, ਜਾਂ ਕਿਸੇ ਟੀਵੀ ਦਾ ਮਦਰਬੋਰਡ ਦੇਖ ਲਓ ਜਿਹਦੇ ਉੱਪਰ ਕੰਪੋਨੈਂਟ ਮਾਊਂਟਡ ਹੈ,
तो कंपोनेंट हाँ जी। माउंटिंग की दो ही डायरेक्शन है, एक रेडियली एक एक्सियली। एक्सियल मींस हॉरिजेंटली, रेडियल मींस वर्टिकली। अब समझ आ गई? अच्छा। हाँ जी सर। हाँ जी सर। हाँ, ये चीज़ां ਤੁਹਾਡੇ ਕੰਮ ਆਉਣਗੀਆਂ, ਦੇਖ ਲਿਓ। ਅੱਛਾ, ਉਹ ਕੀ ਕਹਿੰਦਾ? ਕਹਿੰਦਾ ਦੇਖੋ ਮੈਗਨੀਟ੍ਰੋਨ ਇਜ਼ ਅ ਕ੍ਰਾਸ ਫੀਲਡ ਡਿਵਾਈਸ ਐਜ਼ ਦ ਇਲੈਕਟ੍ਰਿਕ ਫੀਲਡ ਬਿਟਵੀਨ ਦ ਐਨੋਡ ਐਂਡ ਕੈਥੋਡ ਇਜ਼ ਰੇਡੀਅਲ, ਠੀਕ ਹੈ। whereas magnetic field produced by a permanent magnet is axial। अब समझ आ गई? ਜਿਹੜਾ हाँ जी सर। जी सर। ਪਰਮਾਨੈਂਟ ਮੈਗਨੇਟ ਦੁਆਰਾ ਪ੍ਰੋਡਿਊਸ ਹੋਣਾ ਉਹ ਐਕਸੀਅਲ ਹੈ, ਤੇ ਜਿਹੜਾ ਐਨੋਡ ਤੇ ਕੈਥੋਡ ਦੇ ਵਿੱਚ ਇਲੈਕਟ੍ਰਿਕ ਫੀਲਡ ਡਿਵੈਲਪ ਹੋਣਾ ਉਹ ਰੇਡੀਅਲ ਹੈ। तो दोनों वर्टिकल एक दूसरे के परपेंडिकुलर हो गए ना। जी सर। हाँ, हाँ the सर। magnetic field lines has lines of magnetic force passing through the cathode and the surrounding interaction space, so these lines are thus at right angle to the structure cross section। तो ये ध्यान देना माड़ा जिहा इस चीज़ दियां, ये तुहानूं थोड़ा मैं दस देना। हुण इहदे विच जिहड़ा पूरे दा पूरा नोड्स जिहड़ा स्ट्रक्चर है, क्योंकि असीं इहनूं मैगनीट्रॉन बोलिया और इहनूं हाई पावर ये ऑसिलेशनस डिवेलप करदा। इहदे विच मोड किहड़ा डिवेलप हुंदा? इहदे विच मोड पाई मोड डिवेलप हुंदा। इहदे विच पाई मोड दा कंसैप्ट लगदा, जिहदे करके ऑसिलेशनस डिवेलप होंदियां। पाई का मतलब 180 डिग्री। इट मीनस एडजेसेंट ਜਿਹੜੀਆਂ ਕੈਵਿਟੀਜ਼ ਆ ਉਹਨਾਂ ਦੇ ਵਿੱਚ ਫੇਸ ਡਿਫਰੈਂਸ ਕਿੰਨਾ ਰਹਿਣਾ ਚਾਹੀਦਾ? ਪਾਈ ਮੀਨਸ 180। ਕਲੀਅਰ? हाँ जी सर। यस सर। ਹਾਂ, जी सर। ਏਡੀ ਗੱਲ ਨਹੀਂ ਕਿ ਜੇ ਫੇਸ ਡਿਫਰੈਂਸ ਕੋਈ ਹੋਰ ਹੋਊਗਾ ਤੇ ਤਾਂ ਵੀ ਜਾਨੀ ਆਸੀਲੇਸ਼ਨ ਡਿਵੈਲਪ ਨਹੀਂ ਹੋਣਗੀਆਂ, ਹੋ ਸਕਦੀਆਂ। ਪਰ ਜੇ ਪਾਈ ਮੋਡ ਹੋਊਗਾ, ਪਾਈ ਮਤਲਬ ਮੋਡ ਦਾ ਕਨਸੈਪਟ ਲੱਗੇਗਾ, ਫਿਰ ਜਿਹੜੀਆਂ ਆਸੀਲੇਸ਼ਨ ਵਿੱਚ ਡਿਵੈਲਪ ਹੋਣੀਆਂ ਉਹ ਸਸਟੇਨਡ ਆ ਤੇ ਕੰਸਿਸਟੈਂਟ ਰਹਿਣਗੀਆਂ। ਕਲੀਅਰ? हाँ जी सर। हाँ जी सर। ਹਾਂ, ਅਦਰਵਾਈਜ਼ ਆਸੀਲੇਸ਼ਨ ਅਦਰਵਾਈਜ਼ ਵੀ ਡਿਵੈਲਪ ਹੋ ਸਕਦੀਆਂ ਕਿਸੇ ਹੋਰ ਮੋਡ ਤੇ, ਜਾਨੀ ਕਿਸੇ ਹੋਰ ਐਂਗਲ ਤੇ, ਪਰ ਉਹ ਫਿਰ ਨਾ ਸਸਟੇਨਡ ਰਹਿਣਗੀਆਂ ਨਾ ਕੰਸਿਸਟੈਂਟ ਰਹਿਣਗੀਆਂ। ਕਲੀਅਰ? हाँ जी सर। हाँ जी ਹਾਂ, सर। ਹੁਣ ਇਹਦੇ जी ਵਿੱਚ सर। ਇਨ ਰਿੰਗ ਆਫ n ਰੈਜ਼ੋਨੇਟਰ, n ਮੀਨਸ ਇੱਥੇ ਜਿੱਦਾਂ 8 ਕੈਵਿਟੀਜ਼ ਨੇ, ਇਨ ਵਿੱਚ ਐਡਜੈਸੈਂਟ ਰੈਜ਼ੋਨੇਟਰਸ ਆਰ ਟਾਈਟਲੀ ਕਪਲਡ, हैज n modes of resonance। इतना थोड़ा जिहा दसदा, थोड़ा जिहा मैथ आ, इनू थोड़ा जिहा फॉलो कर लो। ईच mode is characterized by unique combination of frequency and relative phase of oscillation of adjacent resonators। clear? okay, कहंदा since the total phase shift around the ring of the resonator must be multiple of 2 pi, वो तो है ही है total phase shift। 2 pi radians, possible values of the relative phase of the alternative electric field across adjacent gaps। ਉਹਨੂੰ ਆਪਾਂ ਜਿਹੜਾ possible value of the relative phase of the alternative electric field across the adjacent gaps ਆ, ਉਹ ਕਿੰਨਾ ਬਣਨਾ? adjacent gaps ਤੇ across ਜਿਹੜਾ phase difference ਕਿੰਨਾ ਬਣਨਾ? ਇੰਨਾ 2 pi small n over capital। तो phase ਆਪਾਂ radian ਚ measure ਕਰਦੇ ਆ, ਇੱਥੇ ਜਿਹੜਾ small n ਆ ਉਹਦੀ ਵੈਲਿਊ 0 ਵੀ ਹੋ ਸਕਦੀ, +-1 ਵੀ ਹੋ ਸਕਦੀ, +-2 ਵੀ ਹੋ ਸਕਦੀ ਆ, ਔਰ ਉਹ n ਜਿਹੜਾ ਆ ਇਦਾਂ ਵੀ ਹੋ ਸਕਦਾ। ਦੇਖੋ n/2 -1, n/2 -1, ਇਹ ਤੇ ਪਲੱਸ ਵੀ ਹੋ ਸਕਦਾ, +n/2 ਵੀ ਹੋ ਸਕਦਾ। ਇੱਥੇ ਇਹਦੇ ਵਿੱਚ ਆ ਨਾ, ਜਿੱਥੇ ਕਿ n ਕੀ ਹੈ? ਨੰਬਰ ਆਫ ਰੈਜ਼ੋਨੇਟਰਸ। ਕਲੀਅਰ? ਰੈਜ਼ੋਨੇਟਰ ਕੀ ਨੇ? ਕੈਵਿਟੀਜ਼। ਤੇ ਜਿਹੜਾ n/2 ਮੋਡ ਆਫ ਰੈਜ਼ੋਨੈਂਸ ਆ, ਇਹ ਕਦੋਂ ਐਗਜ਼ਿਸਟ ਕਰਨਾ? ਜਦੋਂ ਕੈਵਿਟੀਜ਼ ਦੀ ਗਿਣਤੀ ਈਵਨ ਨੰਬਰ ਹੋਵੇ। ਕਲੀਅਰ? ਇਹ ਥੋੜਾ ਜਿਹਾ ਧਿਆਨ ਦੇਣਾ, हाँ जी। ਕੋਈ ਬਹੁਤਾ ਜ਼ਿਆਦਾ ਗਹਿਰਾਈ 'ਚ ਜ਼ਰੂਰਤ ਵੀ ਨਹੀਂ ਹੈ, ਪਰ ਮਾੜਾ ਜਿਹਾ ਅੰਡਰਸਟੈਂਡ ਕਰ ਲਓ। ਠੀਕ ਹੈ? ਇਹ ਮਤਲਬ ਉਹ ਕਹਿੰਦਾ ਆਹ ਮੋਡ ਉਦੋਂ ਐਗਜ਼ਿਸਟ ਕਰਨਾ ਜਦੋਂ ਕੈਵਿਟੀ ਦੀ ਗਿਣਤੀ ਕਿੰਨੀ ਹੋਵੇ? ਈਵਨ ਨੰਬਰ। ਹੁਣ ਮੰਨ ਲਓ ਅਸੀਂ n ਦੀ ਵੈਲਿਊ n/2 ਲੈ ਲਈ। ਜਦੋਂ n/2 ਲੈਂਦੇ ਆ, ਉੱਥੇ ਪੁੱਟ ਕਰਤਾ ਜਿੱਥੇ ਪਿੱਛੇ ਸੀ, ਜਿਹੜੀ ਪਿਛਲੀ ਇਕੁਏਸ਼ਨ ਹੈ, ਉੱਥੇ n/2 ਕਰਤਾ, 2 ਨਾਲ 2 ਕੱਟ ਗਿਆ, n ਕੱਟ ਗਿਆ, ਕੱਲਾ ਪਾਈ ਰਹਿ ਗਿਆ। ਪਤਾ ਲੱਗ ਗਿਆ? हाँ जी सर। ਇਕੁਏਸ਼ਨ 'ਚ, ਪਿਛਲੀ ਇਕੁਏਸ਼ਨ 'ਚ ਆਪਾਂ ਸਮਾਲ n ਦੀ ਵੈਲਿਊ ਕੈਪੀਟਲ N/2 ਪੁੱਟ ਕਰਤੀ ਤੇ ਸਾਡਾ ਜਿਹੜਾ ਫੇਸ ਡਿਫਰੈਂਸ ਆ, ਸੋ ਦਿਸ ਮੋਡ ਆਫ ਰੈਜ਼ੋਨੈਂਸ ਇਜ਼ ਕਾਲਡ ਪਾਈ ਮੋਡ। ਕਲੀਅਰ? हाँ जी सर। it is used हाँ जी सर। because it is used to separate from other modes। ਸੋ ਇਹਨੂੰ ਆਪਾਂ ਮੈਗਨੀਟ੍ਰੋਨ ਵਿੱਚ ਮੋਡ ਆਫ ਜਿਹੜਾ ਰੈਜ਼ੋਨੈਂਸ ਆ ਪਾਈ ਮੋਡ ਦਾ, ਉਹਨੂੰ ਅਸੀਂ ਯੂਜ਼ ਕਰਦੇ ਆ। ਕਿਉਂ ਯੂਜ਼ ਕਰਦੇ ਆ? ਇਟ ਇਜ਼ ਈਜ਼ੀ ਟੂ ਸੈਪਰੇਟ ਫਰੋਮ ਅਦਰ ਮੋਡਸ। ਇਹਨੂੰ ਈਜ਼ੀਲੀ ਸੈਪਰੇਟ ਕੀਤਾ ਜਾ ਸਕਦਾ ਦੂਜੇ ਮੋਡਸ ਤੋਂ। ਫॉर the oscillations to be sustained, traveling wave magnetrons are usually operated in the pi mode। ਜੇ ਅਸੀਂ oscillation ਜਿਹੜੀਆਂ
ਮੈਗਨੀਟ੍ਰੋਨਸ ਟਰੈਵਲਿੰਗ ਵੇਵ ਮੈਗਨੀਟ੍ਰੋਨਸ ਦੇ ਵਿੱਚ ਡਿਵੈਲਪ ਕਰਾਉਣੀਆਂ, ਅਗਰ ਉਹ ਸਸਟੇਨ ਰੱਖਣੀਆਂ ਤੇ ਫਿਰ ਪਾਈ ਮੋਡ ਸਾਨੂੰ ਆਪਰੇਟ ਕਰਾਉਣਾ ਪਊਗਾ। ਐਂਡ ਇਨ ਦੀ ਜ਼ੀਰੋ ਮੋਡ n0 0 ਹੋ ਜਾਣਾ ਤੇ ਆਲ ਦਾ ਰੈਜ਼ੋਨੇਟਰ ਆਸੀਲੇਟ ਇਨ ਦੀ ਸੇਮ ਮੋਡ। ਪਤਾ ਲੱਗ ਗਿਆ? ਇਹਦਾ ਮਤਲਬ ਉਹਨਾਂ 'ਚ ਫੇਸ ਡਿਫਰੈਂਸ ਪਾਈ ਨਹੀਂ ਹੈਗਾ, ਜਾਨੀ ਫੇਸ ਡਿਫਰੈਂਸ ਹੀ 0 ਹੋ ਗਿਆ। ਕਲੀਅਰ? Yes, sir. हाँ, sir. it means हाँ जी सर। it means there will be no RF electric field. No RF electric field between the anode and cathode because each anode segment will receive equal amounts of charge of opposite polarity from the adjacent resonators. So this is called fringing field and has no practical importance in magnetrons. So ਇਹ ਵੀ ਨਾਲ ਆਪਾਂ ਪੁਆਇੰਟ ਤੁਹਾਨੂੰ ਦੱਸਤਾ। ਥੋੜਾ ਜਿੰਨਾ ਕਿ ਤੁਹਾਨੂੰ ਯਾਦ ਆਉਂਦਾ ਬਸ ਆਹ ਕਨਸੈਪਟ ਯਾਦ ਰੱਖੋ ਵੀ ਇਹਦੇ ਵਿੱਚ ਪਾਈ ਮੋਡ ਕਨਸੈਪਟ ਲੱਗਦਾ, ਉਹ ਓਕੇਸ਼ਨ ਯਾਦ ਕਰ ਲਿਓ। n ਦੀ ਵੈਲਿਊ ਜਦੋਂ ਅਸੀਂ ਕੈਪੀਟਲ N/2 ਰੱਖਣੀ ਆ ਉਦੋਂ ਪਾਈ ਆ ਜਾਣਾ, ਯਾਨੀ ਐਡਜੇਸੈਂਟ ਜਿਹੜੀਆਂ ਕੈਵਿਟੀਜ਼ ਨੇ, ਐਨੋਡ ਕੈਵਿਟੀਜ਼ ਨੇ, ਉਹ 'ਚ ਜਿਹੜਾ ਫੇਸ ਡਿਫਰੈਂਸ ਆ ਉਹ ਪਾਈ ਰਹਿਣਾ, ਉਹਦੇ ਕਰਕੇ ਜਿਹੜੀਆਂ ਆਸੀਲੇਸ਼ਨ ਵਿੱਚ ਡਿਵੈਲਪ ਹੋਣੀਆਂ ਉਹ ਸਸਟੇਨ ਰਹਿਣਗੀਆਂ। ਹੁਣ ਕਿਉਂਕਿ ਜਿਹੜੀਆਂ ਜਿਹੜਾ ਆ ਆਪਾਂ ਜਿਹੜਾ ਪੂਰਾ ਦਾ ਪੂਰਾ ਸਟਰਕਚਰ ਉਹਦੇ ਵਿੱਚ ਇਲੈਕਟ੍ਰਿਕ ਫੀਲਡ ਵੀ ਐਗਜ਼ਿਸਟ ਕਰਦਾ ਤੇ ਮੈਗਨੈਟਿਕ ਫੀਲਡ ਵੀ ਐਗਜ਼ਿਸਟ ਕਰਦਾ। ਠੀਕ ਹੈ, ਆਪਾਂ ਪਹਿਲਾਂ ਇਹਦਾ ਇਫੈਕਟ ਦੇਖਦੇ ਹਾਂ। ਪਹਿਲਾਂ ਕਹਿੰਦਾ ਇਫੈਕਟ ਆਫ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ in the absence of RF oscillations। ਅਜੇ ਅਸੀਂ ਕਹਿੰਦੇ ਵੀ ਚਲੋ RF oscillations ਨਹੀਂ ਡਿਵੈਲਪ ਹੋਈਆਂ, ਠੀਕ ਹੈ, ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਵਿੱਚ, ਪਰ ਉਹਦਾ ਇਫੈਕਟ ਕੀ ਆ RF ਫੀਲਡ ਦੀ ਗੈਰ ਹਾਜ਼ਰੀ ਦੇ ਵਿੱਚ। ਤੋ ਕਹਿੰਦਾ ਕੀ ਆ, ਦੇਖੋ ਇਹ ਧਿਆਨ ਦੇਣਾ ਜਰਾ। In order to understand the operation of the cavity magnetron, let us first have a look at how the electrons behave in the presence of closed electric and magnetic field। ਪਹਿਲਾਂ ਅਸੀਂ ਇਹ ਦੇਖੀਏ ਵੀ ਜਿਹੜਾ ਇਲੈਕਟ੍ਰੋਨ ਵਿੱਚੋਂ ਕੈਥੋਡ ਤੋਂ ਜਨਰੇਟ ਹੋਣਾ ਉਹ ਕਲੋਜ਼ਡ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਦੇ ਵਿੱਚ ਬਿਹੇਵ ਕਿਦਾਂ ਦਾ ਕਰਦਾ। ਕੌਣ? ਇਲੈਕਟ੍ਰੋਨਸ। ਸੋ ਇਲੈਕਟ੍ਰੋਨ ਮਿਟ ਕਿੱਥੋਂ ਹੋਣੇ ਆ? ਕੈਥੋਡ ਤੋਂ। ਇਲੈਕਟ੍ਰੋਨਸ emitted from the cathode are traveling through the interaction space। ਪਤਾ ਲੱਗ ਗਿਆ? ਆ ਘੁੰਮ ਰਿਹਾ ਨਾ ਸਰ। ਹਾਂਜੀ ਸਰ। ਹਾਂ, ਘੁੰਮ ਰਿਹਾ ਹਾਂਜੀ ਨਾ, ਸਰ। A B C ਜਾਂ D। ਤੁਸੀਂ ਨੋਟ ਕਰੋ, A ਦਾ ਸਿੱਧਾ ਹੀ ਚਲਾ ਗਿਆ, B ਥੋੜਾ ਜਿਹਾ ਬੈਂਡ ਹੋ ਗਿਆ, C ਹੋਰ ਬੈਂਡ ਹੋ ਗਿਆ, ਜਸਟ ਇਟ ਇਜ਼ ਟਚਿੰਗ ਦੀ ਐਨੋਡ ਸਟਰਕਚਰ, ਐਂਡ D ਇੱਥੋਂ ਥੋੜਾ ਜਿਹਾ ਗਿਆ ਤੇ ਵਾਪਸ ਆ ਗਿਆ। ਮੇਰੀ ਗੱਲ ਪੱਲੇ ਪਈ? ਤੋ ਇੱਥੇ ਕਿਹੜਾ ਇਲੈਕਟ੍ਰੋਨਸ ਆ, ਕਿਹੜੇ ਇਹਨਾਂ ਦੀ ਨੇਚਰ ਕੀ ਆ? ਇਹ ਸਿੱਧਾ ਕਿਉਂ ਗਿਆ? ਇਹ ਬੈਂਡ ਕਿਉਂ ਆ? ਇਹ ਕਾਫੀ ਬੈਂਡ ਹੋ ਕੇ ਗਰੇਜ਼ ਕਰਕੇ ਟੱਚ ਕਰਕੇ ਜਸਟ ਵਾਪਸ ਕਿਉਂ ਆਇਆ? ਇਹ ਇੱਥੋਂ ਹੀ ਕਿਉਂ ਮੁੜਿਆ ਆ? ਸੋ ਇਹਦੀ ਕਹਾਣੀ ਆਪਾਂ ਇਹਦੀ ਗੱਲ ਕਰਦੇ ਆ। So emitted electrons emitted from the cathode are traveling through the interaction space and moving towards anode depending upon the relative strength of the electric and magnetic fields। Depend ਕਰਦਾ ਵੀ ਜਿਹੜਾ ਇਲੈਕਟ੍ਰੋਨ A ਆ ਇਹਦੇ ਉੱਪਰ ਮੈਗਨੈਟਿਕ ਫੀਲਡ ਦੀ ਸਟਰੈਂਥ ਕਿੰਨੀ ਹੈ। ਸਿੰਪਲ ਜੀ ਗੱਲ ਆ, ਜੇ ਇਹਦਾ ਸਿੰਪਲ ਜੀ ਗੱਲ, ਬੰਦਾ ਇੱਕ ਸਿੱਧਾ ਤੁਰਾ ਜਾ ਰਿਹਾ, ਜੇ ਉੱਤੇ ਕੋਈ ਵੀ ਐਕਸਟਰਾ ਫੋਰਸ ਨਾ ਲਾਵੇ ਤੇ ਉਹਦੀ ਸਪੀਡ 'ਚ ਕੋਈ ਫਰਕ ਪਊ? दोबारा कहियो जी सर। सर। ਜਦੋਂ ਬੱਚੇ ਕੋਈ ਬੰਦਾ ਸਿੱਧਾ ਹੀ ਤੁਰਿਆ ਜਾ ਰਿਹਾ, ਮੰਨ ਲਓ ਤੁਸੀਂ ਸਾਈਕਲ ਤੇ ਜਾ ਰਹੇ ਆ ਤੇ ਤੁਹਾਨੂੰ ਹਾਂਜੀ। ਨਾ ਅੱਗਿਓਂ ਨਾ ਪਿੱਛੋਂ ਨਾ ਸਾਈਡਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੋਰਸ ਨਹੀਂ ਲੱਗ ਰਹੀ ਹਵਾ ਦੀ, ਫਿਰ ਤੁਹਾਡੀ ਸਪੀਡ 'ਚ ਕੋਈ ਫਰਕ ਪਊ? नहीं सर। नहीं सर, ਪਊਗਾ। बिल्कुल भी नहीं। ਜਦੋਂ ਤੁਹਾਨੂੰ ਪਿੱਛੋਂ ਫੋਰਸ ਲੱਗੀ ਜਾਂ ਅੱਗਿਓਂ ਅਪੋਜ਼ਿੰਗ ਫੋਰਸ ਲੱਗੀ ਜਾਂ ਸਾਈਡਾਂ ਤੋਂ ਫੋਰਸ ਲੱਗੀ, ਫਿਰ ਤੁਹਾਡੀ ਸਪੀਡ 'ਚ ਫਰਕ ਪਊ? हाँ जी पाओगे सर। हाँ जी सर, ਪਊਗਾ। ਬਸ ਇਹ ਕਨਸੈਪਟ ਮੜ ਜਾ ਮਨ 'ਚ ਯਾਦ ਰੱਖੋ। ਹੁਣ ਤੁਹਾਨੂੰ ਮੈਂ ਦੱਸਣ ਲੱਗਾ, ਹੁਣ ਇੱਥੇ ਇਲੈਕਟ੍ਰੋਨਸ ਦੀ ਮੂਵਮੈਂਟ ਆ ਇੰਟਰੈਕਸ਼ਨ ਸਪੇਸ ਦੇ ਵਿੱਚ ਆ, ਠੀਕ ਆ, ਜਿੱਥੇ ਇਲੈਕਟ੍ਰੋਨ ਮੂਵ ਕਰ ਰਿਹਾ, ਪਰ ਉਹਦੇ ਉੱਪਰ ਅਸਰ ਕਿਹਦਾ ਹੋਣਾ? ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੋਨਾਂ ਦਾ। ਕਲੀਅਰ? ਹਾਂਜੀ हाँ जी ਸਰ। सर। ਹੁਣ ਦੇਖਦੇ ਆ ਆਪਾਂ ਕਿੱਦਾਂ। ਆ ਦੇਖੋ, ਇਹ ਪਹਿਲਾਂ ਨੋਟ ਕਰੋ, ਕਹਿੰਦਾ ਇਹ ਮੈਗਨੈਟਿਕ ਫੀਲਡ ਸ਼ੋ ਕੀਤਾ, ਮੰਨ ਲਓ ਸ਼ੋਇੰਗ ਦੀ ਮੈਗਨੈਟਿਕ ਫੀਲਡ। ਪਹਿਲਾਂ ਤੇ ਜਿਹੜਾ ਤੁਸੀਂ ਨੋਟ ਕਰੋ, A ਜਿਹੜਾ ਆ ਇੱਥੇ A B C, ਓਕੇ, ਹਾਂ 3 ਇਲੈਕਟ੍ਰੋਨਸ ਆ। ਆਪਾਂ ਉਹਦਾ 3-4 ਨੇ, ਉਹਦਾ ਤਾਂ A B C D ਆ, A B C D ਆਪਾਂ ਦਿਖਾਇਆ ਨਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ। ਜਦੋਂ ਕਹਿੰਦਾ ਥੋੜਾ ਜਿਹਾ ਸਮਾਲ ਹੈ ਤੇ B ਤੇ ਥੋੜਾ ਜਿਹਾ ਸਮਾਲ ਹੈ ਤੇ C ਤੇ ਜ਼ਿਆਦਾ ਹੋ ਗਿਆ, ਯਾਨੀ ਕੱਟ ਆਫ ਮੈਗਨੈਟਿਕ ਫੀਲਡ ਦੇ ਬਰਾਬਰ ਬਣ ਗਿਆ। ਪਤਾ ਪੈ ਗਈ? ਔਰ D ਤੇ ਐਕਸੈਸਿਵ ਲੱਗ ਗਿਆ। ਨਹੀਂ ਸਮਝ ਆਈ? ਮੈਂ ਦੱਸਣ ਲੱਗਾ, ਜਿਹੜਾ A ਆ ਉੱਥੇ ਮੈਗਨੈਟਿਕ ਫੀਲਡ ਹੈ ਹੀ ਨਹੀਂ, ਇਹਦਾ ਮਤਲਬ ਉੱਥੇ ਅਸਰ ਹੀ ਨਹੀਂ, ਉਹ ਸਿੱਧਾ ਹੀ ਤੁਰਿਆ ਗਿਆ ਨੋਡ ਵੱਲ ਨੂੰ। ਕਲੀਅਰ ਹੋ ਗਈ ਗੱਲ? ਹਾਂਜੀ ਸਰ।
B ਤੇ ਥੋੜਾ ਜਿਹਾ ਮੈਗਨੈਟਿਕ ਫੀਲਡ ਸਮਾਲ ਹੈ, ਉਹ ਮਾੜਾ ਜਿਹਾ ਬੈਂਡ ਹੋ ਗਿਆ। ਔਰ C ਤੇ ਆ ਦੇਖੋ ਇੱਕ ਕਿਸਮ ਦਾ ਕੱਟ ਆਫ ਦੀ ਗੱਲ ਆ ਗਈ, B ਦੇ ਪੈਰਾਂ 'ਚ C, ਯਾਨੀ ਇਹ ਮੈਗਨੈਟਿਕ ਫੀਲਡ ਦੀ ਐਸੀ ਵੈਲਿਊ ਜਿੱਥੇ ਇੱਕਦਮ ਉਹ ਬੈਂਡ ਹੋ ਕੇ ਉੱਥੋਂ ਨੋਡ ਸਟਰਕਚਰ ਤੋਂ ਫਿਰ ਵਾਪਸ ਮੁੜਦਾ, ਔਰ ਜਿੱਥੋਂ ਉਹ ਪਹੁੰਚ ਹੀ ਨਹੀਂ ਪਾਉਂਦਾ ਉਹ ਐਕਸੈਸਿਵ ਮੈਗਨੈਟਿਕ ਫੀਲਡ ਆ, ਉਹ D ਦੀ ਗੱਲ ਕੀਤੀ। ਪੈ ਗਈ? ਹਾਂਜੀ ਹਾਂਜੀ ਸਰ। ਮਤਲਬ ਤੁਸੀਂ ਤੁਹਾਡੇ ਵਿੱਚੋਂ ਕਿਸੇ ਦੀ ਮੈਂ ਧੌਣ ਮਰੋੜਾ, ਕਿਸੇ ਦੀ ਜ਼ਿਆਦਾ ਹੀ ਮਰੋੜ ਦੇਵਾਂ, ਪਤਾ ਲੱਗ ਗਿਆ ਹਾਂਜੀ ਸਰ। ਹਨਾ? ਤੇ ਇਹ ਉਹ ਗੱਲ ਆ, ਹਾਂਜੀ। ਪਿੱਛੇ ਜਾਂਦੇ ਫਿਰ ਆਪਾਂ, ਠੀਕ ਹੈ? ਤੇ ਇਹ ਸਟਰਕਚਰ ਦੀ ਗੱਲ ਹੋਈ, ਆ ਗੱਲ ਹੋਈ ਕਲੀਅਰ? ਹੁਣ ਹਾਂਜੀ ਅਗਲੇ ਸਰ, ਹੋ ਪੇਜ ਗਈ। ਤੇ ਚੱਲਦੇ ਆ, ਠੀਕ ਹੈ? ਹੋ ਗਈ ਅਗਲੇ ਪੇਜ ਤੇ ਚੱਲਦੇ ਆ। ਕਹਿੰਦਾ ਬਿਕੋਜ਼ ਆਫ ਦੀ ਪੋਜ਼ਿਟਿਵ ਵੋਲਟ ਇਜ਼ ਅਪਲਾਈਡ ਟੂ ਦੀ ਐਨੋਡ, ਐਨੋਡ ਨੂੰ ਪੋਜ਼ਿਟਿਵ ਦਿੱਤੀ, ਕੈਥੋਡ ਨੂੰ ਨੈਗੇਟਿਵ ਦਿੱਤੀ, ਤੇ ਉੱਥੇ ਸਟੈਟਿਕ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਗਿਆ, ਰੇਡੀਅਲ। ਸਟੈਟਿਕ ਇਲੈਕਟ੍ਰਿਕ ਫੀਲਡ ਇਜ਼ ਰੇਡੀਅਲ ਡਾਇਰੈਕਸ਼ਨ ਐਂਡ ਸਟੈਟਿਕ ਮੈਗਨੈਟਿਕ ਫੀਲਡ ਇਜ਼ ਐਨ ਐਕਸੀਅਲ ਡਾਇਰੈਕਸ਼ਨ। ਪਤਾ ਲੱਗ ਗਿਆ? ਲਓ ਜੀ, ਹੁਣ ਮੈਂ ਫੇਰ ਤੁਹਾਨੂੰ ਦੁਬਾਰਾ ਥੋੜਾ ਜਿਹਾ ਡਾਇਗਰਾਮ ਹੋਰ ਦਿਖਾ ਦੇਣਾ। ਕਹਿੰਦਾ when the magnetic field is 0, B ਦੀ ਵੈਲਿਊ ਜਦੋਂ 0 ਰੱਖੀ, ਇਲੈਕਟ੍ਰੋਨ ਮੂਵਸ straight from cathode to anode due to radial field force acting on it। ਪਤਾ ਲੱਗ ਗਿਆ ਇੱਕਦਮ? ਅੱਜ ਤਾਂ A ਤੇ ਜਾਣੀ ਕੋਈ ਮੈਗਨੈਟਿਕ ਫੀਲਡ ਫੋਰਸ ਲੱਗ ਹੀ ਨਹੀਂ ਰਹੀ, ਸਿਰਫ ਇਲੈਕਟ੍ਰਿਕ ਫੀਲਡ ਰੇਡੀਅਲ ਡਾਇਰੈਕਸ਼ਨ ਲੱਗ ਰਿਹਾ, ਉਹ ਸਿੱਧਾ ਹੀ ਜਾ ਰਿਹਾ ਕਿੱਧਰ ਨੂੰ? ਅਨੋਡ ਸਟਰਕਚਰ ਵੱਲ ਨੂੰ, ਠੀਕ ਹੈ? ਪਰ ਜਿਹੜੀ ਰੇਡੀਅਲ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਇਆ, ਉਹਦੇ ਕਰਕੇ ਜਿਹੜੀ ਫੋਰਸ ਡਿਵੈਲਪ ਹੋਈ ਉਹ ਹੋ ਗਈ E ਇੰਟੂ ਕੈਪੀਟਲ V। E ਤਾਂ ਇਲੈਕਟ੍ਰੋਨ ਦਾ ਚਾਰਜ ਹੋ ਗਿਆ, ਤੇ V ਜਿਹੜਾ ਉਹਦੇ ਉੱਪਰ ਪੋਟੈਂਸ਼ੀਅਲ ਹੋ ਗਿਆ, ਜਿਹੜਾ ਉਹਦੀ ਮੰਨ ਲਓ, ਠੀਕ ਹੈ ਨਾ? V ਜਿਹੜੀ ਅਪਲਾਈਡ ਵੋਲਟੇਜ ਹੋ ਗਈ, E ਉਹਦਾ ਚਾਰਜ ਹੋ ਗਿਆ, ਔਰ ਐਸ ਸ਼ੋਨ ਬਾਈ A ਦੀ ਇਲੈਕਟ੍ਰੋਨ ਟ੍ਰੈਜੈਕਟਰੀ ਵਿਲ ਬੀ ਦੀ ਰੇਡੀਅਲ। ਕਲੀਅਰ? ਹੁਣ ਥੋੜਾ ਜਿਹਾ ਮੈਗਨੈਟਿਕ ਫੀਲਡ ਹੋਰ ਵੱਧ ਗਿਆ ਤੇ B ਵਿਚਾਰਾ ਬਿੰਗਾ ਹੋ ਗਿਆ। ਸਮਝ ਆ ਗਈ? ਹਾਂਜੀ ਹਾਂਜੀ ਸਰ। increase slightly it will exert a lateral force। तो ਜਦੋਂ ਮੈਗਨੈਟਿਕ ਫੀਲਡ B ਮੀਨਸ ਮੈਗਨੈਟਿਕ ਫੀਲਡ ਜਾਂ ਮੈਗਨੈਟਿਕ ਫੀਲਡ ਡੈਂਸਿਟੀ ਜਾਂ ਮੈਗਨੈਟਿਕ ਫੀਲਡ ਇੰਟੈਂਸਿਟੀ ਕਹਿ ਲਓ, ਮੈਗਨੈਟਿਕ ਫੀਲਡ ਦੀ ਸਟਰੈਂਥ ਕਹਿ ਲਓ, ਜਦੋਂ ਥੋੜੀ ਜਿਹੀ ਵਧਾਈ ਇਹਦੀ ਲੇਟਰਲ ਫੋਰਸ ਲੱਗੇਗੀ, ਉਹ ਕਿਤੇ ਲੱਗੇਗੀ? B ਤੇ ਲੱਗੇ, ਉਹ ਥੋੜਾ ਜਿਹਾ ਬੈਂਡ ਹੋ ਗਿਆ। ਪਤਾ ਲੱਗ ਗਿਆ? ਸੋ ਫੋਰਸ ਐਗਜ਼ਰਟਡ ਬਾਈ ਦੀ ਮੈਗਨੈਟਿਕ ਫੀਲਡ, ਇਹ ਆ ਸਟੈਂਡਰਡ ਯਾਦ ਰੱਖਣਾ, ਮਾਈਨਸ B, कैपिटल B का मैग्नेटिक फील्ड हो गया, डेंसिटी हो गई, इंटू E इंटू स्मॉल v, जी स्मॉल v है वेलोसिटी है, E उत्ते चार्ज है, तो कैपिटल B जो मैग्नेटिक फील्ड अप्लाइड मैग्नेटिक फील्ड पल्ले पै गई। हाँ जी सर। हाँ, सो कहता इस फोर्स करके ड्यू टू दिस फोर्स इलैक्ट्रॉन ट्रैजेक्टरी बेंड्स एज शोन बाय द B। तो ये जो नैचुरली जिस इलैक्ट्रॉन ते फोर्स लगूगी वो बेंड ही होऊ। ਹਾਂਜੀ ਹਾਂਜੀ ਸਰ। हाँ, सो ਇਹਦਾ ਹੁਣ ਰੇਡੀਅਸ ਆਫ ਕਰਵੇਚਰ ਵਧਿਆ ਕਿ ਘਟਿਆ? ਘਟਿਆ। ਦੇਖੋ A ਵਾਲੇ ਦਾ ਜ਼ਿਆਦਾ ਹੈ ਸੈਂਟਰ ਤੋਂ ਲੈ ਕੇ, ਕਿਉਂਕਿ ਉਹਦੇ ਵਿੱਚ ਕੋਈ ਬੈਂਡ ਨਹੀਂ ਆਇਆ, तो ਰੇਡੀਅਸ ਆਫ ਕਰਵੇਚਰ ਜਿਹੜਾ ਇਸ ਟ੍ਰੈਜੈਕਟਰੀ ਦਾ ਉਹ ਘਟ ਗਿਆ, ਕਿਉਂਕਿ ਜਿੱਦਾਂ ਮੈਗਨੈਟਿਕ ਫੀਲਡ ਵਧਿਆ। ਸੋ ਇਨ ਫੈਕਟ देयर आर 3 फोर्सेस एक्टिंग ऑन द इलेक्ट्रॉन इन द इंटरेक्शन रीजन ऑफ द मैग्नेट। 3 फोर्सां लगदियां इलैक्ट्रिक, आ देख, फोर्स ड्यू टू इलैक्ट्रिक फील्ड A लग गई, फोर्स ड्यू टू मैग्नेटिक फील्ड आ लग गई, एक हैगी सेंट्रीफ्यूगल फोर्स। पता लग गया? तुसी फस्ट ईयर दे विच फिजिक्स च पढ़िया होना, ते सेंट्रीफ्यूगल फोर्स जिहड़ी mv²/r हुंदी आ, इत्थे m मास इलैक्ट्रॉन दा, v ओदी वेलोसिटी है, ते r ओदा रेडियस है। पल्ले पै गई? ਹਾਂਜੀ हाँ सर। जी सर। हाँ, r जी सर। curvature of electron trajectory। हाँ जी सर। हाँ, हुण जदों हुण देखो बैलेंसिंग करने वास्ते दो फोर्सां बराबर कर लईआं, कहंदा रिजल्टेंट ट्रैजेक्टरी ऑफ द इलैक्ट्रॉन may be found by balancing these forces। ਆਪਾਂ ਜਿਹੜੀ ਟ੍ਰੈਜੈਕਟਰੀ ਆ ਨੈਚੁਰਲੀ ਨੈਟ ਫੋਰਸ ਕਿੱਦਾਂ ਲੱਗੀ, ਮੇਰਾ ਮਤਲਬ ਕਹਿਣ ਦਾ ਵੀ ਇੱਕ ਇਲੈਕਟ੍ਰੋਨ ਉੱਤੇ 3 ਤਰ੍ਹਾਂ ਦੀਆਂ ਫੋਰਸਸ ਲੱਗ ਰਹੀਆਂ। ਕਹਿੰਦਾ ਮੰਨ ਲਾ ਯਾਰ 2 ਫੋਰਸਾਂ ਦਾ ਆਪਾਂ ਜੇ ਉਹ ਕਹਿੰਦਾ ਆਪਾਂ ਉਹਨਾਂ ਨੂੰ ਬਰਾਬਰ ਵੀ ਰੱਖ ਲਈ ਤੇ ਉਹਦਾ ਰਿਜ਼ਲਟੈਂਟ ਕੀ ਨਿਕਲਿਆ, ਆਪਾਂ ਸੈਂਟਰੀਫਿਊਗਲ ਫੋਰਸ ਤੇ ਮੈਗਨੈਟਿਕ ਫੋਰਸ ਆਪਾਂ ਬਰਾਬਰ ਰੱਖ ਲਈਆਂ, ਠੀਕ ਹੈ? ਇੱਥੋਂ V ਕੱਢ ਲਈ, V ਕੱਢ ਲਈ, ਇੱਕ V ਕੱਢ ਜਾਣੀ ਹੈ, ਇੱਕ V ਇਧਰ ਆ ਜਾਣੀ ਆ, R ਉਧਰ ਚਲਾ ਗਿਆ, M ਉਹਦੇ ਨੀਚੇ ਆ ਗਿਆ। ਕਲੀਅਰ? ਇਸ ਇਕੁਏਸ਼ਨ ਤੋਂ ਅਸੀਂ ਇੱਥੋਂ ਨੋਟ ਕਰੋ, ਇੱਥੇ ਜਿਹੜੀ ਵੈਲੋਸਿਟੀ ਆਫ ਇਲੈਕਟ੍ਰੋਨ ਆ ਕਿਹਦੇ ਪ੍ਰੋਪੋਰਸ਼ਨਲ ਹੈ? ਇੱਥੇ ਮੈਗਨੈਟਿਕ ਫੀਲਡ ਆ, ਇਲੈਕਟ੍ਰੋਨ ਦਾ ਚਾਰਜ ਆ ਤੇ ਰੇਡੀਅਸ ਆ। ਮੰਨ ਲਓ ਜੇ ਅਸੀਂ 3 ਆ ਤੇ ਹਾਂ, ਹੁਣ ਇਹਦੇ ਵਿੱਚ ਨੋਟ ਕਰੋ ਮੈਗਨੈਟਿਕ ਫੀਲਡ ਇੰਟੈਂਸਿਟੀ ਵੀ ਜੇ ਅਸੀਂ ਕਾਂਸਟੈਂਟ ਮੰਨ ਲਈ, ਇਲੈਕਟ੍ਰੋਨ ਦਾ ਚਾਰਜ ਪਹਿਲਾਂ ਹੀ ਕਾਂਸਟੈਂਟ ਹੁੰਦਾ, ਮਾਸ ਵੀ ਉਹਦਾ ਕਾਂਸਟੈਂਟ ਹੁੰਦਾ, ਇਹਦਾ ਮਤਲਬ ਵੈਲੋਸਿਟੀ ਕਿਹਦੇ ਪ੍ਰੋਪੋਰਸ਼ਨਲ ਹੋਗੀ ਫਿਰ? ਰੇਡੀਅਸ ਆਫ ਕਰਵੇਚਰ ਦੇ। ਕਲੀਅਰ? ਹਾਂਜੀ ਹਾਂਜੀ ਸਰ। नहीं समझ आई? जे 3 कांस्टेंट ले लीए
ਤੇ V ਡਾਇਰੈਕਟਲੀ ਪ੍ਰੋਪੋਰਸ਼ਨਲ R ਦੇ ਹੋ ਗਏ। ਪਤਾ ਲੱਗ ਗਿਆ? ਹਾਂਜੀ ਹਾਂਜੀ ਹਾਂ, ਇੱਥੋਂ R ਕੱਢ ਲਓ, M ਉਧਰ ਚਲਾ ਗਿਆ, B ਉਹਦੇ ਨੀਚੇ ਆ ਗਿਆ। M ਉਧਰ ਚਲਾ ਗਿਆ, V ਉਹਦੇ ਨੀਚੇ ਆ ਗਿਆ। ਸੋ ਇਸ ਇਕੁਏਸ਼ਨ ਤੋਂ ਜਿੱਦਾਂ V ਉੱਪਰ ਡਾਇਰੈਕਟ ਟੂ R ਤੇ ਇੱਥੋਂ R ਪ੍ਰੋਪੋਰਸ਼ਨਲ ਟੂ V ਆ ਗਿਆ। ਇਟ ਮੀਨਸ ਰੇਡੀਅਸ ਆਫ ਜਿਹੜਾ ਕਰਵੇਚਰ ਹੈ ਜਾਂ ਰੇਡੀਅਸ ਜਿਹੜਾ ਪਾਥ ਦਾ ਬਣਦਾ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ? ਵੈਲੋਸਿਟੀ ਦੇ। ਤੇ ਇਨਵਰਸਲੀ ਕਿਹਦੇ ਆ? 1/v ਕੌਣ ਹੈ? ਮੈਗਨੈਟਿਕ ਫੀਲਡ। ਪਤਾ ਲੱਗ ਗਿਆ? ਸੋ ਇਟ ਮੀਨਸ ਹਾਂਜੀ ਜਿੰਨਾ sir, ਮੈਗਨੈਟਿਕ ਫੀਲਡ ਇੰਟੈਂਸਿਟੀ ਜ਼ਿਆਦਾ ਹੋਗੀ, ਅਪਲਾਈਡ ਮੈਗਨੈਟਿਕ ਫੀਲਡ ਸਟਰੈਂਥ ਜ਼ਿਆਦਾ ਹੋਗੀ, ਉਨੀ ਉਹਦੀ ਧੌਣ ਬਿੰਗੀ ਹੋਊ ਇਲੈਕਟ੍ਰੋਨ ਦੀ, ਉਹਨਾਂ ਬੈਂਡ ਜ਼ਿਆਦਾ ਹੋਊਗਾ, ਉਹਨਾਂ ਰੇਡੀਅਸ ਆਫ ਕਰਵੇਚਰ ਘਟੇਗਾ। ਕਲੀਅਰ? ਹਾਂਜੀ ਸਰ ਜੀ ਸਰ ਜਿੰਨੀ ਉਹਦੀ ਵੈਲੋਸਿਟੀ ਜ਼ਿਆਦਾ ਹੋਈ, ਜਿੱਦਾਂ ਰੇਡੀਅਲ ਵੈਲੋਸਿਟੀ, ਉਹਨਾਂ ਰੇਡੀਅਸ ਆਫ ਕਰਵੇਚਰ ਵਧੇਗਾ, ਜਿੱਦਾਂ ਪਹਿਲੇ A ਦੇ ਕੇਸ ਚ ਆਈ ਸੀਗੀ। ਹੋ ਗਈ ਗੱਲ ਕਲੀਅਰ? ਸੋ ਰੇਡੀਅਸ ਆਫ ਦੀ ਪਾਥ ਜੀ ਸਰ ਵੇਰੀਜ਼ ਡਾਇਰੈਕਟਲੀ ਵਿਦ ਇਹ ਸੀਗਾ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਦਾ ਅਸਰ ਕਿਹਦੇ ਉੱਪਰ? ਇਲੈਕਟ੍ਰੋਨ ਦੀ ਮੂਵਮੈਂਟ ਦੇ ਉੱਪਰ। ਇਲੈਕਟ੍ਰੋਨ ਮੂਵ ਕਰ ਕਿੱਥੇ ਰਿਹਾ? ਇੰਟਰੈਕਸ਼ਨ ਸਪੇਸ ਵਿੱਚ। ਕਲੀਅਰ? ਜੀ ਸਰ ਯੈਸ ਜੀ ਸਰ ਸਰ So radiation, yeah, okay, and inversely as the magnetic field strength. So if the strength of the magnetic field is made sufficiently high, then the electrons cannot reach the anode. Obviously, मान लो जो इलेक्ट्रॉन जा ही नहीं सकता जे ਅਸੀਂ ਹੋਰ ਵਧਾ ਦਈਏ, and consequently ਜਦੋਂ ਇਲੈਕਟ੍ਰੋਨ ਨੇ ਐਨੋਡ ਤੇ ਪਹੁੰਚਣਾ ਨਹੀਂ ਤੇ ਫਿਰ ਐਨੋਡ ਕਰੰਟ ਕੁਝ ਬਣੂ? ਨੋ, ਕੁਝ ਵੀ ਨਹੀਂ ਬਣਨਾ। ਇਹਦਾ ਮਤਲਬ ਐਨੋਡ ਕਰੰਟ ਉਸ ਵੇਲੇ ਜ਼ੀਰੋ ਹੋ ਜਾਣਾ। ਪਤਾ ਲੱਗ ਗਿਆ? ਅਗੇਨ above a certain value of magnetic field, ਜਿਹਨੂੰ ਅਸੀਂ ਕੱਟ ਆਫ ਮੈਗਨੈਟਿਕ ਫੀਲਡ ਕਹਿੰਦੇ ਆ, ਇਲੈਕਟ੍ਰੋਨਸ ਆਰ ਰਿਟਰਨ ਟੂ ਦੀ ਕੈਥੋਡ, ਉਲਟਾ ਕੈਥੋਡ ਵੱਲ ਨੂੰ ਮੁੜ ਰਿਹਾ, and anode collects no current. So this is called critical magnetic field, which is required to return electrons back to the cathode, just grazing the surface of the node. पता लग गया? मतलब ऐसी मैग्नेटिक Yes, फील्ड sir. स्ट्रेंथ बनानी जिथे जस्ट माड़ा जिहा ਉਹਨੂੰ ग्रेज करके वापस आ जाए, एनोड करंट कोई भी ना आवे। और इस तो ऊपर ਜਦੋਂ ਜਾਣਾ ਅਸੀਂ critical magnetic field ਤੋਂ ਜਦੋਂ ਉੱਪਰ ਜਾਣਾ, now if the applied magnetic field is made larger than the critical field, देखो, then the electrons experience a greater rotational force and may quickly return back to the cathode. ਪਤਾ ਲੱਗ ਗਿਆ? ਜਦੋਂ ਅਸੀਂ ਇਸ ਕੱਟ ਆਫ ਮੈਗਨੈਟਿਕ ਫੀਲਡ ਤੋਂ ਵੀ ਜ਼ਿਆਦਾ ਮੈਗਨੈਟਿਕ ਫੀਲਡ ਦੇਵਾਂਗੇ, ਫਿਰ ਮਤਲਬ ਹੀ ਨਹੀਂ ਜਾਣਦਾ ਉਹਦਾ ਉੱਥੇ ਤੱਕ, ਉਹਦੇ ਉੱਥੋਂ ਹੀ ਵਿੱਚੋਂ ਮੁੜ ਜਾਣਾ, ਇੰਟਰੈਕਸ਼ਨ ਸਪੇਸ ਵਿੱਚੋਂ ਹੀ ਕੈਥੋਡ ਵੱਲ ਨੂੰ ਮੁੜ ਜਾਣਾ। ਸੋ ਆਲ ਸੱਚ ਇਲੈਕਟ੍ਰੋਨਸ ਮੇ ਕਾਜ਼ ਬੈਕ ਹੀਟਿੰਗ। ਪਤਾ ਲੱਗ ਗਿਆ? ਜਿਹੜੇ ਕੈਥੋਡ ਵੱਲ ਨੂੰ ਮੁੜੀ ਜਾ ਰਹੇ ਆ ਇਮੀਡੀਏਟਲੀ, ਕਹਿੰਦਾ ਨਹੀਂ, then the electrons experience a greater rotational force and may quickly return back to the cathode. ਉਹ ਜਿਹੜੇ ਵਾਪਸ ਆਏ ਇਹਨਾਂ ਨੇ ਬੈਕ ਹੀਟਿੰਗ ਦੇਣੀ ਆ ਕਿਹਨੂੰ? ਕੈਥੋਡ ਨੂੰ, and may damage it, ਕਿਉਂਕਿ ਹੀਟ ਦੇ ਨਾਲ ਡੈਮੇਜ ਹੋ ਸਕਦਾ। So many times we have to switch off the heater supply after the beginning of the oscillations. Clear? ਹਾਂਜੀ Yes, ਸਰ sir. ਹਾਂ, ਹੁਣ ਆਪਾਂ ਪਾਈ ਮੋਡ ਦੀ ਗੱਲ ਕਰਦੇ ਹਾਂ। ਪਾਈ ਮੋਡ ਆਸੀਲੇਸ਼ਨ ਕੀ ਹੈ? ਕਹਿੰਦਾ when the magnetron is energized we are assuming that, ਅੱਛਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਜਦੋਂ ਮੈਗਨੀਟ੍ਰੋਨ ਨੂੰ ਐਨਰਜਾਈਜ਼ ਕੀਤਾ, ਮੈਗਨੈਟਿਕ ਫੀਲਡ ਦੇ ਸਟਰਕਚਰ 'ਚ ਰੱਖਤਾ, ਐਨੋਡ ਨੂੰ ਪੋਜ਼ਿਟਿਵ ਰੱਖ ਕੇ ਕੈਥੋਡ ਨੂੰ ਨੈਗੇਟਿਵ ਡੀਸੀ ਸਪਲਾਈ ਦੇ ਦਿੱਤੀ, ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ, we are assuming that RF oscillations are produced due to some noise transient within the magnetron. ਇਹ ਤਾਂ ਆਪਾਂ ਤਿੰਨਾਂ ਕੇਸਾਂ ਜਿੱਦਾਂ ਆਸੀਲੇਟ ਕਲਿਸਟਰੋਨ 'ਚ, ਰਿਫਲੈਕਸ ਕਲਿਸਟਰੋਨ 'ਚ ਵੀ ਮੰਨੇ ਸੀ ਵੀ ਸਵਿਚਿੰਗ ਟ੍ਰਾਂਜੀਐਂਟ ਤੇ ਨੋਇਜ਼ ਕਰਕੇ ਆਸੀਲੇਸ਼ਨ ਡਿਵੈਲਪ ਹੋਈਆਂ, ਬਾਅਦ 'ਚ ਉਹਦੀ ਸਸਟੇਨੈਂਸੀ ਦੇਖਣੀ ਸੀ। ਇਦਾਂ ਹੀ ਇੱਥੇ ਵੀ ਮੰਨ ਕੇ ਚੱਲਦੇ ਆ ਵੀ ਜਿਹੜੀਆਂ RF ਆਸੀਲੇਸ਼ਨਸ ਆ ਉਹ ਪ੍ਰੋਡਿਊਸ ਤਾਂ ਹੋ ਗਈਆਂ ਡਿਊ ਟੂ ਸਮ ਨੋਇਜ਼ ਟ੍ਰਾਂਜੀਐਂਟ ਵਿਦਨ ਦੀ ਮੈਗਨੀਟ੍ਰੋਨ। ਸਵਾਲ ਗਾਂ ਕੀ ਆ? ਗਾਂ ਉਹਨੂੰ ਸਸਟੇਨ ਕਰਨ ਦਾ। ਔਰ ਸਸਟੇਨ ਕਿੱਦਾਂ ਕਰਨਾ? ਅਸੀਂ ਉਹਨੂੰ ਪਾਈ ਮੋਡ ਕਨਸੈਪਟ ਦੇ ਨਾਲ। ਕਲੀਅਰ? Yes, sir. ਹਾਂ, ਦੀ ਫ੍ਰੀਕੁਐਂਸੀ ਆਫ ਆਸੀਲੇਸ਼ਨ ਡਿਪੈਂਡਸ ਅਪਨ ਦੀ dimensions of the cavity. ਹੁਣ ਅੱਗੇ ਚੱਲਦੇ ਹਾਂ ਅੱਗੇ। But these oscillations may die down soon due to losses. So these oscillations are to be sustained by the device. ਕਹਿੰਦਾ ਸ਼ੁਰੂ 'ਚ ਜਿਹੜੀਆਂ ਅਸੀਂ ਮੰਨ ਕੇ ਚੱਲੇ ਵੀ ਆਸੀਲੇਸ਼ਨ ਡਿਵੈਲਪ ਹੋਈਆਂ, ਜੇ ਆਪਾਂ ਉਹਨੂੰ ਸਸਟੇਨ ਨਹੀਂ ਕਰਕੇ ਉਹ ਡੈਮਡ ਹੋ ਜਾਣਗੇ, ਡਾਈ ਡਾਊਨ ਹੋ ਜਾਣਗੇ, ਫਿਰ ਉਹਨੂੰ ਸਸਟੇਨ ਕਰਨਾ ਬਣਦਾ। ਤੇ ਕਿੱਦਾਂ? Thus in order to get self consistent oscillations there should be a phase difference of n pi/4 between the adjacent nodes. ਹੁਣ n ਜਿਹੜਾ ਇੱਕ ਇੰਟੀਜਰ ਹੈ, ਜੇ ਅਸੀਂ ਬੈਸਟ ਰਿਜ਼ਲਟ ਲਈ n ਨੂੰ 4 ਰੱਖ ਲਈਏ, 4 ਨਾਲ 4 ਕੱਟ ਰੱਖ ਲਿਆ, ਤੇ ਦੋਨੋਂ ਐਡਜੇਸੈਂਟ ਜਿੰਨੇ ਐਡਜੇਸੈਂਟ ਨੋਡ ਪੋਲਸ ਨੇ ਉਹਨਾਂ ਵਿੱਚ ਫੇਸ ਡਿਫਰੈਂਸ ਕਿੰਨਾ ਆ ਜਾਣਾ? ਪਾਈ। तो पाई मोड ऑफ ऑसिलेशन एज शोन बाई दी फॉलोइंग फिगर। आ देख लो, ठीक है? वो इदा ਇਹਨਾਂ ਦੇ ਵਿੱਚ ਆ ਜਿਹੜੀਆਂ ਐਡਜੇਸੈਂਟ ਨੋਡ ਆ, ਤੇ ਆ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨਸ ਹੈ, ਆ ਜਿਹੜੀ ਇਲੈਕਟ੍ਰਿਕ ਫੀਲਡ ਦਾ, ਇਹਦੇ ਵਿੱਚ ਆ ਇਲੈਕਟ੍ਰੋਨਸ ਮੂਵਮੈਂਟ ਆ, ਉਹ ਠੀਕ ਹੈ? ਇਹਨਾਂ ਦੇ ਵਿਚਕਾਰ ਆ ਮੈਗਨੈਟਿਕ ਫੀਲਡ ਆ। ਪੱਲੇ ਪੈ ਗਈ?
हाँ जी, हाँ जी सर। हाँ, हाँ जी सर। so this is a path traversed by the electrons in the pi mode of the magnetron. So ਕਹਿੰਦੇ in this case all the node poles are pi radians apart in phase. ਜਿੰਨੇ ਨੋਡ ਕੈਵਿਟੀਜ਼ ਨੇ ਸਾਰਿਆਂ ਦੇ ਵਿੱਚ ਫੇਜ਼ ਡਿਫਰੈਂਸ ਕਿੰਨਾ ਪਾਈ ਰੇਡੀਅਨਸ. So in the absence of RF field, dotted electrons path indicate the case of static fields, but the presence of RF field naturally modify these path. ਕਹਿੰਦਾ ਜਦੋਂ RF field ਗੈਰ ਹਾਜ਼ਰ, ਜਦੋਂ oscillation develop ਨਹੀਂ ਹੋਣੀਆਂ, ਤੇ ਜਿਹੜੇ ਇਲੈਕਟ੍ਰੋਨਸ ਪਾਥ ਹੈ ਉਹ ਸਟੈਟਿਕ ਫੀਲਡ ਦੁਆਰਾ ਇੰਡੀਕੇਟ ਹੁੰਦੇ ਆ. ਜਦੋਂ RF ਫੀਲਡ ਦੀ ਪ੍ਰੈਜ਼ੈਂਸ ਹੋਊਗੀ ਨੈਚੁਰਲੀ ਇਹਨਾਂ ਦਾ ਫੀਲਡ, ਇਹਨਾਂ ਦਾ ਜਿਹੜਾ ਪਾਥ ਉਹ ਮੋਡੀਫਾਈ ਹੋਏਗਾ. ਪਤਾ ਲੱਗ ਗਿਆ? So in the presence of RF oscillations in the interaction space, solid paths refer to the electron trajectory. अब समझ आ गई? हाँ जी सर। हाँ. So in the presence of oscillation, the ਜਿੱਦਾਂ electron A is retarded and slowed down, thus giving up energy to the oscillation. इथे सवाल पता की ਹੁੰਦਾ देखो, इथे electrons ਨਿਕਲਣੇ कैथोड ਤੋਂ, ਉਹਨੀ interaction space ਵਿੱਚ ਹੀ ਜਾਣਾ, ਤੇ ਅਸਲ 'ਚ ਕੀ ਆ ਕਿ ਜਿਹੜੀਆਂ ਵਿੱਚ RF oscillation ਥੋੜੀ ਬਹੁਤੀਆਂ ਡਿਵੈਲਪ ਹੋਈਆਂ, ਜਿਹੜੇ ਦਾ ਇਲੈਕਟ੍ਰੋਨਸ ਇੱਥੇ ਦੋ ਤਰ੍ਹਾਂ ਦੀ ਵਰਡ ਯੂਜ਼ ਕਰਦਾ, ਫੇਵਰਡ ਤੇ ਅਨਫੇਵਰਡ. ਉਹ ਇਲੈਕਟ੍ਰੋਨਸ ਜਿਹੜੇ ਮੈਕਸਿਮਮ ਟਾਈਮ ਸਪੈਂਡ ਕਰਦੇ ਨੇ ਇੰਟਰੈਕਸ਼ਨ ਸਪੇਸ ਵਿੱਚ, ਔਰ ਉਹ ਉਹਦੇ ਸਿਮਿਲਰ ਇਲੈਕਟ੍ਰੋਨ ਜਿਹੜੇ ਫੇਵਰਡ ਆ ਉਹ ਜੁਆਇੰਟ ਹੋ ਕੇ ਇੱਕ ਬੰਚ ਬਣ ਜਾਂਦਾ. ਬੰਚ ਬਣ ਕੇ ਉਹ ਜਿਹੜੀਆਂ ਆਸੀਲੇਸ਼ਨ ਵਿੱਚ ਡਿਵੈਲਪ ਹੋਈਆਂ ਉਹਨੂੰ ਆਪਣੀ એનર્ਜੀ ਗਿਵ ਅਪ ਕਰਦੇ ਨੇ, ਉਹ ਫਿਰ ਆਸੀਲੇਸ਼ਨ ਸਸਟੇਨ ਹੋ ਜਾਂਦੀਆਂ. ਤੇ ਕੁਝ ਇਲੈਕਟ੍ਰੋਨਸ ਐਸੇ ਆ ਜਿਹੜੇ ਬੰਚ ਦੀ ਫਾਰਮ 'ਚ ਨਹੀਂ ਬਣਦੇ, ਰਾਦਰ ਦੈਨ ਕੰਬਾਈਨਿੰਗ ਜਾਂ ਫਾਰਮਿੰਗ ਬੰਚਿੰਗ, ਉਹ ਰਿਟਾਰਡ ਕਰ ਜਾਂਦੇ ਕੈਥੋਡ ਵੱਲ ਨੂੰ, ਬੈਕ ਹੀਟਿੰਗ ਕਰਦੇ ਆ, ਉਹ ਅਨਫੇਵਰਡ ਹੋ ਗਿਆ. ਅਬ ਸਮਝ ਆ ਗਈ? हाँ जी सर। ਹਾਂ, ਪਤਾ ਲੱਗ ਗਿਆ? ਹਾਂਜੀ ਸੋ sir, ਫੇਵਰਡ ਤੇ ਹਾਂਜੀ, ਹਾਂਜੀ ਅਨਫੇਵਰਡ ਦੀ ਗੱਲ ਹੁੰਦੀ ਹੈ ਇਹਦੇ ਵਿੱਚ. ਇਨ ਦੀ ਪ੍ਰੈਜ਼ੈਂਸ ਆਫ ਆਸੀਲੇਸ਼ਨ, ਜਿੱਦਾਂ ਇਲੈਕਟ੍ਰੋਨ A is retarded and slowed down, thus giving up energy to the oscillation during its long journey from cathode to node. During its long journey in the interaction space, it spends more time in the interaction space and transfer its maximum energy to the RF field. ਜਿਹੜਾ RF field ਮਾੜਾ ਮੋਟਾ ਉੱਥੇ ਡਿਵੈਲਪ ਹੋਇਆ ਸੀ oscillations ਮਾਈਕ੍ਰੋਵੇਵ ਦੀਆਂ, ਕਿਉਂਕਿ ਇਹ ਜਿਹੜਾ ਇਲੈਕਟ੍ਰੋਨ ਹੈ ਉੱਥੇ ਆਪਣਾ ਵੱਧ ਟਾਈਮ ਗੁਜ਼ਾਰਿਆ ਇੰਟਰੈਕਸ਼ਨ ਸਪੇਸ ਵਿੱਚ, ਇਹਨੇ ਆਪਣੀ ਜਿੰਨੀ ਇਹਦੀ એનર્ਜੀ ਸੀ ਉਹਨੂੰ ਟ੍ਰਾਂਸਫਰ ਕਰਤੀ RF field ਨੂੰ. such electrons are called favored electrons and are responsible for bunching effect. ਔਰ ਇਹਦੇ ਵਿੱਚ ਜਿਹੜੀ ਬੰਚਿੰਗ ਅਸੀਂ ਉਹਨੂੰ ਫੇਸ ਫੋਕਸਿੰਗ ਇਫੈਕਟ ਕਹਿੰਦੇ ਆ. ਸੋ ਇਨ ਦੀ ਪ੍ਰੈਜ਼ੈਂਸ ਆਫ RF field, an electron B is accelerated rather than giving up energy to the RF field, it extracts. ਕਈ ਇਲੈਕਟ੍ਰੋਨਸ ਐਸੇ ਜਿਹੜੇ ਫੇਵਰਡ ਨਹੀਂ ਆ, ਮਤਲਬ ਜਦੋਂ ਅਸੀਂ ਇਹਨੂੰ ਐਕਸਲਰੇਟ ਕਰਦੇ ਆ, ਇਹ ਆਪਣੀ એનર્ਜੀ ਦੇਣ ਦੀ ਬਜਾਏ ਉੱਥੋਂ ਖਿੱਚ ਲੈਂਦਾ, ਐਕਸਟ੍ਰੈਕਟ ਕਰ ਲੈਂਦਾ. ਸੋ ਡਿਊ ਟੂ ਦਿਸ ਇਹਦੀ ਵੈਲੋਸਿਟੀ ਜਿਹੜੀ ਆ ਉਹ ਵੱਧ ਜਾਂਦੀ ਆ. ਠੀਕ ਹੈ? therefore bends sharply towards the cathode and spends very little time in the interaction space, rather returned back to the cathode. अब समझ आ गई? ये हो गया unfavored, ਇਹਨੂੰ ਅਸੀਂ unfavored electrons ਕਹਿੰਦੇ ਆ. so they are not imparting energy to the RF. ਇਹ ਨਹੀਂ એનર્ਜੀ ਦਿੰਦੇ ਕਿਹਨੂੰ? RF oscillations ਨੂੰ. do not participate in the bunching process, ਨਾ ਇਹ bunching ਕਰਦੇ ਨੇ, bunching ਬਣਾਉਂਦੇ ਨੇ. so there are far fewer interactions to the B type. ਇਦਾਂ ਦੇ ਬਹੁਤ ਘੱਟ ਟਾਈਪ ਦੇ ਜਿਹੜੇ ਇਲੈਕਟ੍ਰੋਨਸ ਨੇ ਜਿਹੜੇ ਘੱਟ ਇੰਟਰੈਕਸ਼ਨ ਕਰਦੇ ਨੇ, ਐਂਡ ਸੱਚ ਇਲੈਕਟ੍ਰੋਨਸ ਆਰ ਆਲਵੇਜ਼ ਰਿਟਰਨ ਟੂ ਦੀ ਕੈਥੋਡ ਆਫਟਰ 1 ਔਰ ਪੋਸੀਬਲੀ 2 ਇੰਟਰੈਕਸ਼ਨਸ. ਇੱਕ ਜਾਂ ਦੋ ਇੰਟਰੈਕਸ਼ਨ ਤੋਂ ਬਾਅਦ ਇਹਨੇ ਕੈਥੋਡ ਵੱਲ ਨੂੰ ਮੁੜ ਜਾਣਾ. ਸੱਚ ਇਲੈਕਟ੍ਰੋਨਸ ਆਰ ਹਾਰਮਫੁਲ ਇਨ ਦੀ ਸੈਂਸ ਦੇ ਆਰ ਕਾਜ਼ਿੰਗ ਬੈਕ ਹੀਟਿੰਗ. ਪਤਾ ਲੱਗ ਗਿਆ? ਕਿਉਂਕਿ ਜਦੋਂ ਕੈਥੋਡ ਵੱਲ ਨੂੰ ਵਾਪਸ ਮੁੜ ਰਹੇ ਆ, ਰਾਦਰ ਦੈਨ ਗਿਵਿੰਗ ਅਪ देयर એનર્ਜੀ ਇਨ ਦੀ ਇੰਟਰੈਕਸ਼ਨ ਸਪੇਸ ਬੰਚਿੰਗ ਬਣਨ ਵਾਸਤੇ, ਤਾਂ ਕਿ RF ਫੀਲਡ ਨੂੰ એનર્ਜੀ ਮਿਲ ਸਕੇ, ਇਹ ਉਲਟਾ ਕੈਥੋਡ ਵੱਲ ਨੂੰ ਮੁੜ ਰਹੇ ਆ ਔਰ ਕੈਥੋਡ ਨੂੰ ਬੈਕ ਹੀਟ ਕਰ ਰਿਹਾ. ਪਤਾ ਲੱਗ ਗਿਆ? ਸਿਮਿਲਰਲੀ ਇਦਾਂ ਇਲੈਕਟ੍ਰੋਨ CF which is emitted a little later in correct position, ਇਦਾਂ ਤਿੰਨ ਚਾਰ ਇਲੈਕਟ੍ਰੋਨ ਵਿੱਚ ਜਨਰੇਟ ਕਰਵਾਏ ਆ, ਉਹਨਾਂ ਦਾ ਸਟਰਕਚਰ ਜਿਹਾ ਦਿਖਾਇਆ. in correct position moves faster and tries to catch up with the A. ਮਤਲਬ ਇਹ ਇੱਕ C ਇਲੈਕਟ੍ਰੋਨ ਪੈਦਾ ਹੋਇਆ, ਉਹ ਥੋੜਾ ਜਿਹਾ ਅੱਗੇ ਗਿਆ, ਉਹ ਫਿਰ ਕਰੈਕਟ ਪੋਜੀਸ਼ਨ ਦੇ ਵਿੱਚ ਫਾਸਟ ਮੂਵ ਕੀਤਾ ਤੇ A ਦੇ ਨਾਲ ਕੈਚ ਅਪ ਹੋ ਗਿਆ. ਠੀਕ ਹੈ? ਐਂਡ ਇਲੈਕਟ੍ਰੋਨ D will slow down and fall back to step up with the electron A. ਮਤਲਬ ਕੁਝ ਇੱਕ ਇਲੈਕਟ੍ਰੋਨ ਜਿਹੜੇ ਆ ਜਿਹੜੇ ਉਸੇ ਡਾਇਰੈਕਸ਼ਨ ਦੇ ਵਿੱਚ ਆ, ਫੇਵਰਡ ਦੀ ਵਿੱਚ ਆ, ਉੱਥੇ ਉਹਨਾਂ ਨੇ ਬੰਚ ਬਣਾ ਲੈਣਾ. ਪਤਾ ਲੱਗ ਗਿਆ? ਸੋ ਕਨਸਕੁਐਂਟਲੀ ਆਲ ਫੇਵਰਡ ਇਲੈਕਟ੍ਰੋਨ ਜਿੱਦਾਂ A C D ਇਹ ਬੰਚ ਬਣ ਗਿਆ, ਜਿਹਨੂੰ ਕਲਸਟਰ ਕਹਿੰਦੇ ਆ. ਇਹ ਐਂਡ ਆਰ ਕਨਫਾਈਨਡ ਟੂ ਇਲੈਕਟ੍ਰੋਨ ਕਲਾਊਡਸ. ਮਤਲਬ ਇਹ ਜਿਹੜੇ ਫੇਵਰਡ ਇਲੈਕਟ੍ਰੋਨਸ ਆ ਉਹਨਾਂ ਦਾ ਇਲੈਕਟ੍ਰੋਨ ਕਲਾਊਡਸ ਬਣ ਜਾਂਦਾ. ਜਾਂ ਜਿੱਦਾਂ ਕਹੀਏ ਵੀ ਜਿੱਦਾਂ ਇੱਕ ਵੀਲ ਹੈ, ਚੱਕੇ ਦੀਆਂ ਤਾਰਾਂ, ਲਾਈਕ ਸਪੋਕਸ ਆਫ ਅ ਵੀਲ. ਪਤਾ ਲੱਗ ਗਿਆ? ਉਹ ਮੈਂ ਤੁਹਾਨੂੰ ਦਿਖਾਦਾ ਕਿੱਦਾਂ. ਆਹ ਦੇਖੋ ਇਦਾਂ, ਆਹ ਸਾਰੇ ਫੇਵਰਡ ਬਣ ਗਏ, ਆਹ ਸਾਰੇ ਇਲੈਕਟ੍ਰੋਨਸ ਆ. ਕਲੀਅਰ ਹੋਈ?
ਯੈਸ ਹਾਂਜੀ ਸਰ ਸਰ ਆ ਇਦਾਂ ਚੱਕਾ ਜਿੱਦਾਂ ਜੇ ਮੋਟਰਸਾਈਕਲ ਦਾ ਵਹੀਕਲ ਹੈ ਜਦ ਚੱਕੇ ਦੀਆਂ ਤਾਰਾਂ ਦੇ ਸਪੋਕਸ ਜਿਹਾ ਬਣ ਗਿਆ। ਸੋ ਜਿਹੜੇ ਜਿਹੜੇ ਫੇਵਰਟ ਆ ਉਹਨਾਂ ਦੇ ਆ ਬੰਚ ਬਣੀ ਜਾਣੇ ਆ। ਪਤਾ ਲੱਗ ਗਿਆ? ਜੀ ਸਰ ਹਾਂਜੀ ਹਾਂਜੀ ਸਰ ਹਾਂਜੀ हाँ, so bunched electron clouds, electron clouds are rotating around the magnetron cathode. ठीक है, पता लग गया? Individual electron pass not shown. So ਅਸੀਂ ਕੱਲੇ ਕੱਲੇ ਦਾ ਨਹੀਂ ਸ਼ੋ ਕੀਤਾ, ਅਸੀਂ ਗਰੁੱਪ ਦਾ ਸ਼ੋ ਕੀਤਾ, bunched ਦਾ ਸ਼ੋ ਕੀਤਾ। Thus when the electrons are continuously emitted all around the cathode, they collectively move anti-clockwise due to velocity modulation, resulting in the formation of spokes or electron clouds. These spokes at various position move anti-clockwise. It looks like rotation of free space charge wheel. पता लग गया? ठीक है, 1.5 मिनट रह गया, आज मैं पढ़ देना क्विकली। और this bunching process of favored electrons around the reference electron A, ਜਿਹੜਾ ਇੱਕ A ਸੀ ਉਹਦੇ ਆਲੇ ਦੁਆਲੇ ਸਾਰੇ ਇਕੱਠੇ ਹੋ ਗਏ, ਇਹਨੂੰ ਅਸੀਂ ਜਿਹੜੀ bunching process ਹੈ ਇਹਨੂੰ ਅਸੀਂ phase focusing effect ਬੋਲਦੇ ਹਾਂ। Clear? And if an electron slips back or forward, it will quickly be returned to the correct position. अगर मान लो गां गया फिर पीछे आ गया, वो return position quickly वापस आ जाएगा उसी correct position with respect to the RF field by the phase focusing effect as mentioned above. These spokes so formed in the pi mode rotating with an angular velocity corresponding to 2 poles per cycle, and the phase, एक मिनट तो घट रह गया, the phase focusing effect or bunching of these favored electrons give enough energy to the RF oscillation ਜਿਹਦੇ ਕਰਕੇ ਉਹ ਸਸਟੇਨਡ ਜਾਂ ਸੈਲਫ ਕੰਸਿਸਟੈਂਟ ਆਸੀਲੇਸ਼ਨ ਸਾਨੂੰ ਲਾਰਜ ਪਾਵਰ ਵਾਲੀਆਂ ਮਿਲ ਜਾਂਦੀਆਂ ਹਨ। ਪਤਾ ਲੱਗ ਗਿਆ? ਹਾਂਜੀ ਹਾਂਜੀ ਸਰ ਹਾਂ, 1 ਮਿੰਟ ਤੋਂ ਘੱਟ। ਸੋ ਆਰਐਫ Yes, ਪਾਵਰ sir. ਕਪਲਡ, ਅਸੀਂ ਕਿਸੇ ਇੱਕ ਕੈਵਿਟੀ ਤੋਂ ਅਸੀਂ ਉਹਨੂੰ ਕਪਲਿੰਗ ਕਰਵਾ ਲੈਣੀ ਔਰ ਜਿੱਥੋਂ ਅਸੀਂ ਉਹਨੂੰ ਆਇਰਿਸ ਕਪਲਿੰਗ ਵੀ ਬੋਲਦੇ ਹਾਂ, ਵੇਵ ਗਾਈਡ ਦੀ ਕਪਲਿੰਗ ਵੀ ਬੋਲਦੇ ਹਾਂ, ਜਿੱਥੋਂ ਅਸੀਂ ਆਊਟਪੁੱਟ ਲੈ ਸਕਦੇ ਹਾਂ। ਪਤਾ ਲੱਗ ਗਿਆ? ਇਹ ਅੱਜ ਇੰਨਾ ਪੜ੍ਹ ਲਿਆ, ਕੱਲ ਆਪਾਂ ਕਰਾਂਗੇ ਮੋਡ ਜੰਪਿੰਗ ਇਨ ਮੈਗਨੀਟ੍ਰੋਨ। ਕਲੀਅਰ? ਸੋ 1 ਮਿੰਟ ਤੋਂ ਘੱਟ ਰਹਿ ਗਿਆ, ਸਟਾਪ ਕਰ ਰਿਹਾ ਤੇ ਮਤਲਬ ਹੁਣ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਲਓ। ਹਲੋ, ਓਕੇ ਸਰ ਲੈ ਲਿਆ? ਹਾਂਜੀ ਸਰ ਲੈ ਲਿਆ? सर सारे ही आए हैं। ਲੈ ਲਿਆ, ਲੈ ਲਓ, ਲੈ ਲਓ, ਲੈ ਲਓ। ਹਾਂਜੀ ਸਰ ਓਕੇ ਬੱਚਿਓ, ਗੁੱਡ ਡੇ, ਗੁੱਡ ਡੇ। ਥੈਂਕ ਯੂ ਸਰ ਓਕੇ।